ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਮਹਾਨ ਸਤਿਗੁਰਾਂ ਦੀ ਪਾਕ ਪਵਿੱਤਰ ਮੁਕੱਦਸ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਦਰੋਂ ਘਰੋਂ ਵਰੋਸਾਏ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਮੱਘਰ ਸਿੰਘ ਸਾਹਿਬ ਜੀ ਦੇ ਪਾਵਨ ਤਪ ਸਥਾਨਾਂ ਵਿਖੇ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਹਨ, ਜਿਨ੍ਹਾਂ ਦੀਵਾਨਾਂ ਵਿੱਚ ਆਪ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਮੁਬਾਰਕ ਦਰਸ਼ਨ ਪ੍ਰਾਪਤ ਕਰਕੇ ਗੁਰੂ ਕੀ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਹੁਣ ਕਥਾ ਦਾ ਸਮਾਂ ਹੋਇਆ ਹੈ, ਜੋ ਆਪਾਂ ਮਹਾਂਪੁਰਖਾਂ ਦੇ ਸਥਾਨਾਂ 'ਤੇ ਰਲ ਮਿਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੰਮੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹਾਂ। ਆਓ, ਜਿਵੇਂ ਅੱਜ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ਾਂ ਕਰ ਰਹੇ ਹੈ, ਗੁਰਬਾਣੀ ਦੁਆਰਾ ਸਾਡੇ ਅੰਦਰ ਹਿਰਦੇ ਦੇ ਵਿੱਚ ਗਿਆਨ ਦਾ ਚਾਨਣ ਬਖਸ਼ਿਸ਼ ਕਰ ਰਹੇ ਨੇ, ਆਪਾਂ ਵੀ ਉਸ ਚਾਨਣ ਦੇ ਵਿੱਚ ਜੀਣਾ ਕਰੀਏ। ਗੁਰੂ ਦੇ ਪਾਸੋਂ ਸਮਝ ਲੈ ਕੇ, ਸੇਧ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਸੁਣੀਏ, ਮੰਨੀਏ, ਕਮਾਈਏ, ਜਿਹਦੇ ਕਰਕੇ ਸਾਡਾ ਜੀਵਨ ਸਫਲ ਹੋਵੇ। ਸੋ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਸਾਨੂੰ ਸੋਝੀ ਦੇ ਰਹੇ ਹੈ, ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਸੋਰਠ ਰਾਗ ਹੈ, ਮਹੱਲਾ ਤੀਜਾ, ਤੀਸਰੇ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਵਿਰਾਜੇ ਹੋਏ ਹੈ। ਬੇਅੰਤ ਸੰਗਤਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਕੁਝ ਕੁ ਗੁਰਮੁਖ ਪਿਆਰੇ ਮਹਾਰਾਜ ਜੀ ਦੇ ਪਾਸ ਆਏ ਹੈ, ਪਰਮੇਸ਼ਰ ਦੇ ਬਾਰੇ ਵਿਚਾਰ ਕਰਦਿਆਂ ਹੋਇਆਂ ਕੁਝ ਕੁ ਉਹਨਾਂ ਪ੍ਰਸ਼ਨ ਕੀਤੇ। ਸੁਣ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਮਾਤਮਾ ਦੇ ਸਨਮੁਖ ਇਹ ਸ਼ਬਦ ਉਚਾਰਨ ਕਰਦਿਆਂ ਹੋਇਆਂ ਉਹ ਗੁਰਮੁਖ ਪਿਆਰਿਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ, ਉਹਨਾਂ ਨੂੰ ਵੀ ਕੁਝ ਜੀਵਨ ਦੀ ਹੋਰ ਸਿੱਖਿਆ ਪ੍ਰਦਾਨ ਕੀਤੀ ਹੈ। ਤੁਮਾਰਾ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ, ਮਹਾਰਾਜ ਪਰਮਾਤਮਾ ਨੂੰ ਕਦੋਂ ਕੁ ਸਲਾਹੁਣਾ ਕਰੀਏ, ਕਿੰਨਾ ਕੁ ਸਲਾਹੁਣਾ ਕਰੀਏ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਇਹ ਪਵਿੱਤਰ ਸ਼ਬਦ ਦੇ ਵਿੱਚ ਗੁਰਮੁਖ ਦੀ ਅਵਸਥਾ ਬਿਆਨ ਕਰਦੇ ਹੈ। ਜਿਵੇਂ ਆਪਾਂ ਸਾਧ ਸੰਗਤ ਜੀ ਗੁਰੂ ਦੇ ਦਰ ਦੇ ਉੱਤੇ ਆਉਂਦੇ ਹੈ, ਸਾਡੇ ਵਿੱਚੋਂ ਹੀ ਇੱਕ ਇਹੋ ਜਿਹੀ ਅਵਸਥਾ ਵਾਲੇ ਵੀ ਹੁੰਦੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਸਦਾ ਹੀ ਪਰਮਾਤਮਾ ਦੇ ਚਰਨਾਂ ਦੀ ਲਗਨ ਲੱਗੀ ਹੁੰਦੀ ਹੈ। ਦੋ ਤਰ੍ਹਾਂ ਕਰਕੇ ਕੰਮ ਹੁੰਦੇ ਹੈ। ਇੱਕ ਤਾਂ ਹੁੰਦਾ ਸਾਧ ਸੰਗਤ ਜੀ ਬੱਧਾ ਚੱਟੀ ਦੇ ਵਿੱਚ, ਇੱਕ ਹੁੰਦਾ ਜਦੋਂ ਅੰਦਰੋਂ ਲਗਨ ਲੱਗ ਜਾਵੇ, ਉਹ ਕੰਮ ਦੇ ਨਾਲ ਪਿਆਰ ਲੱਗ ਜਾਵੇ, ਤਾਂ ਫਿਰ ਉਹ ਕਰਮ ਸਫਲ ਹੋਇਆ ਕਰਦਾ ਹੈ। ਜਿਹੜਾ ਬੰਦਾ ਬੱਧਾ ਚੱਟੀ ਦੇ ਵਿੱਚ ਕੰਮ ਕਰਦਾ ਹੈ, ਉਹ ਕੰਮ ਦੇ ਵਿੱਚ ਨਾ ਕੋਈ ਗੁਣ ਮਿਲਦਾ, ਨਾ ਹੀ ਕੋਈ ਪਰਉਪਕਾਰ ਹੁੰਦਾ ਹੈ। ਬੱਧਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਤੋ ਇਸੇ ਤਰ੍ਹਾਂ ਇੱਕ ਦੂਸਰੇ ਹੁੰਦੇ ਹੈ ਜਿਹੜੇ ਉਸੇ ਕੰਮ ਨੂੰ ਬੜੇ ਪਿਆਰ ਦੇ ਨਾਲ ਕਰਦੇ ਹੈ, ਆਪਣਾ ਜਾਣ ਕੇ ਕਰਦੇ ਨੇ। ਤੋ ਉਹਨਾਂ ਦਾ ਕੀਤਾ ਹੋਇਆ ਕਰਮ ਸਾਧ ਸੰਗਤ ਜੀ ਫਿਰ ਸਫਲ ਹੋ ਜਾਂਦਾ ਹੈ। ਮੰਨ ਲਓ ਜਿਵੇਂ ਆਪਾਂ ਗੁਰਦੁਆਰੇ ਆ ਰਹੇ ਹਾਂ, ਤਾਂ ਕਈ ਐਸੇ ਹੁੰਦੇ ਹੈ ਜਿਹੜੇ ਵਿਚਾਰੇ ਬੱਧਾ ਚੱਟੀ ਭਰਦੇ ਹੈ, ਧੱਕੇ ਜਿਹਦੇ ਨਾਲ ਆ ਗਏ। ਔਰ ਇੱਕ ਐਸੇ ਹੁੰਦੇ ਹੈ ਜਦੋਂ ਉਹਨਾਂ ਨੂੰ ਪਤਾ ਚੱਲ ਗਿਆ ਕਿ ਗੁਰੂ ਸਾਹਿਬ ਜੀ ਪ੍ਰਕਾਸ਼ ਹੋ ਗਏ ਹੈ, ਉਸੇ ਸਮੇਂ ਬਿਨਾਂ ਦੇਰੀ ਕੀਤਿਆਂ ਸਾਧ ਸੰਗਤ ਜੀ ਭੱਜੇ ਹੀ ਆਉਂਦੇ ਕਿ ਜਾ ਕੇ ਛੇਤੀ ਛੇਤੀ ਰੱਜ ਰੱਜ ਕੇ ਗੁਰੂ ਕੇ ਦਰਸ਼ਨ ਕਰ ਲਈਏ। ਗੁਰੂ ਕੀ ਬਾਣੀ ਦੇ ਪਾਠ ਹੋ ਰਹੇ ਨੇ, ਭੱਜ ਕੇ ਜਾ ਕੇ ਪਾਠ ਸੁਣੀਏ। ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦੀ ਕਥਾ ਹੋ ਰਹੀ ਹੈ, ਭੱਜ ਕੇ ਜਾ ਕੇ ਸੁਣ ਲਈਏ। ਔਰ ਜਿਹੜੇ ਭੱਜ ਕੇ ਆਉਂਦੇ ਹੈ, ਪ੍ਰੇਮ ਦੇ ਨਾਲ ਆਉਂਦੇ ਨੇ,
ਉਹਨਾਂ ਦਾ ਫਿਰ ਸੰਗਤ ਜੀ ਗਾਵਿਆ ਤੇ ਸੁਣਿਆ ਹੋਇਆ ਥਾਂ ਪੈ ਜਾਂਦਾ ਹੈ। ਸਤਿਗੁਰੂ ਜੀ ਦੇ ਬਾਣੀ ਅੰਦਰ ਬਚਨ ਨੇ, ਮਹਾਰਾਜ ਜੀ ਫਰਮਾਉਂਦੇ ਹੈ ਕਿ ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬਹੁਤ ਸਾਰੇ ਸ਼ਰਧਾਲੂ ਸੇਵਕ ਮਹਾਰਾਜ ਜੀ ਦੀ ਪੂਜਾ ਕਰਨ ਵਾਸਤੇ, ਗੁਰੂ ਕੇ ਦਰਸ਼ਨਾਂ ਵਾਸਤੇ ਆਉਂਦੇ ਨੇ। ਸਾਰੇ ਮਿਲ ਕਰਕੇ ਹਰੇ ਭਰੇ ਕਰਨ ਵਾਲੀ ਜਿਹੜੀ ਉੱਤਮ ਸਤਿਗੁਰਾਂ ਦੀ ਬਾਣੀ ਹੈ ਉਹਦਾ ਪਾਠ ਵੀ ਕਰਦੇ ਹੈ, ਪੜ੍ਹਦੇ ਨੇ ਸਾਰੇ ਬਾਣੀ। ਮਹਾਰਾਜ ਜੀ ਕਹਿੰਦੇ ਪਰ ਅਗਲੀ ਗੱਲ ਧਿਆਨ ਦੇ ਕਰਕੇ ਸਮਝੋ ਕਿ ਗਾਵਿਆ ਹੋਇਆ ਭਾਵ ਗੁਰਬਾਣੀ ਦਾ ਜੋ ਕੀਰਤਨ ਗਾਇਆ ਹੈ ਜਾਂ ਪਾਠ ਆਪਾਂ ਕੀਤਾ ਹੈ, ਗਾਵਿਆ ਸੁਣਿਆ, ਤੇ ਜੋ ਸੁਣਿਆ ਇੱਥੇ ਗੁਰੂ ਕੀ ਸੰਗਤ ਵਿੱਚ ਆ ਕੇ ਕੀਰਤਨ ਸੁਣਿਆ, ਕਥਾ ਸੁਣੀ ਹੈ, ਪਾਠ ਸੁਣਿਆ, ਜੋ ਕੁਝ ਵੀ ਸੁਣਿਆ ਹੈ ਸਾਧ ਸੰਗਤ ਦੇ ਵਿੱਚੋਂ, ਮਹਾਰਾਜ ਕਹਿੰਦੇ ਤਿੰਨ ਕਾ ਹਰ ਥਾਏ ਪਾਵੇ। ਆਏ ਸਾਰੇ ਹੈ ਪਰ ਗਾਇਆ ਹੋਇਆ ਤੇ ਸੁਣਿਆ ਹੋਇਆ ਉਹਨਾਂ ਦਾ ਥਾਂ ਪੈ ਜਾਂਦਾ ਹੈ। ਕਿਹਨਾਂ ਦਾ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਜਿਨ੍ਹਾਂ ਨੇ ਸੱਚੇ ਗੁਰਾਂ ਦੀ ਆਗਿਆ ਨੂੰ ਸੰਗਤ ਜੀ ਸੱਚ ਸੱਚ ਕਰਕੇ ਮੰਨਿਆ ਹੈ ਕਿ ਮਹਾਰਾਜ ਜੀ ਜੋ ਤੁਸੀਂ ਆਖਦੇ ਹੋ ਸਾਡੇ ਵਾਸਤੇ ਬਿਲਕੁਲ ਸੱਚ ਹੈ, ਸਾਡੇ ਮੰਨਣ ਯੋਗ ਹੈ। ਇੱਦਾਂ ਜਿਨ੍ਹਾਂ ਨੇ ਆਗਿਆ ਦਾ ਪਾਲਣ ਕੀਤਾ। ਜੇ ਗੁਰੂ ਨੇ ਕਿਹਾ ਕਿ ਭਾਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਇਹ ਮਹਾਰਾਜ ਦੀ ਆਗਿਆ ਹੈ ਨਾ, ਸਾਨੂੰ ਹੁਕਮ ਹੈ ਨਾ ਕੀਤਾ ਹੋਇਆ। ਔਰ ਜਿਨ੍ਹਾਂ ਨੇ ਇਹ ਹੁਕਮ ਸੱਤ ਕਰਕੇ ਮੰਨ ਲਿਆ ਹੈ, ਮਹਾਰਾਜ ਜੀ ਨੇ ਦੱਸਿਆ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜਾਓ, ਮੜੈ ਮਸਾਣ ਨਾ ਜਾਈ। ਇਹ ਗੁਰੂ ਦਾ ਹੁਕਮ ਹੈ ਨਾ, ਜਿਨ੍ਹਾਂ ਨੇ ਮੰਨ ਲਿਆ ਹੈ। ਮਹਾਰਾਜ ਕਹਿੰਦੇ ਫਿਰ ਉਹਨਾਂ ਦਾ ਗਾਵਿਆ ਹੋਇਆ, ਪੜ੍ਹਿਆ ਹੋਇਆ, ਸੁਣਿਆ ਹੋਇਆ ਥਾਂ ਪੈ ਜਾਂਦਾ ਹੈ। ਤੋ ਹੀ ਸਾਧ ਸੰਗਤ ਜੀ ਗੁਰਮੁਖ ਨੇ, ਉਹ ਹੀ ਗੁਰਮੁਖ ਬਣਦੇ। ਕਈ ਦਫਾ ਸਾਡੇ ਮਨ 'ਚ ਐਸੇ ਖਿਆਲ ਆ ਜਾਂਦੇ ਕਿ ਜੀ ਦੇਖੋ ਕਿੰਨਾ ਚਿਰ ਹੋ ਗਿਆ ਸਾਨੂੰ ਗੁਰਦੁਆਰੇ ਜਾਂਦਿਆਂ, ਉੱਥੇ ਮੱਥਾ ਟੇਕਦੇ ਐ, ਭੇਟਾ ਚੜਾਉਂਦੇ ਐ, ਕੁਝ ਕਰਦੇ ਵੀ ਐ, ਪਰ ਮਿਲਿਆ ਕੁਝ ਨਹੀਂ ਹੈ। ਤੇ ਗੁਰੂ ਨਾਨਕ ਦੇ ਘਰੋਂ ਨਹੀਂ ਜੇ ਮਿਲਿਆ ਤੇ ਹੋਰ ਕਿੱਥੋਂ ਮਿਲੇਗਾ ਸਾਧ ਸੰਗਤ ਜੀ। ਇੱਥੋਂ ਸਾਰਾ ਕੁਝ ਮਿਲਣਾ ਬਸ਼ਰਤੇ ਕਿ ਜੇਕਰ ਮੰਗਣ ਦੀ ਕਿਤੇ ਜਾਚ ਹੋਵੇ। ਹੁਣ ਗੁਰੂ ਦੇ ਪਾਸੋਂ ਮੰਗਣ ਵਾਸਤੇ ਆ ਗਏ ਆ, ਤੇ ਜੋ ਗੁਰੂ ਨੇ ਬਚਨ ਕੀਤਾ ਹੈ ਕਿ ਗੁਰੂ ਦੀ ਅਸੀਂ ਮੰਨੀ ਨਹੀਂ। ਸਾਡਾ ਸੁਭਾਅ ਕੈਸਾ ਹੈ ਕਿ ਸਾਧ ਸੰਗਤ ਜੀ ਅਸੀਂ ਗੁਰੂ ਨੂੰ ਆਪਣੇ ਵੱਲ ਮਨਾਉਣ ਵਾਸਤੇ ਕਹਿੰਦੇ ਆ, ਪਰ ਗੁਰੂ ਦੀ ਨਹੀਂ ਮੰਨਦੇ। ਇਹ ਤਾਂ ਸਾਰੀ ਸਾਧ ਸੰਗਤ ਜੀ ਗਲਤ ਬਾਤ ਹੋਏਗੀ। ਜਿਵੇਂ ਕੋਈ ਰਾਜੇ ਮਹਾਰਾਜੇ ਦਾ ਦਰਬਾਰ ਸਜਿਆ ਹੋਇਆ ਹੈ ਤੇ ਰਾਜੇ ਦੇ ਦਰਬਾਰ ਦੇ ਵਿੱਚ ਕੋਈ ਬੰਦਾ ਜਾਵੇ, ਉੱਥੇ ਜਾ ਕੇ ਤੇ ਰਾਜੇ ਕੋਲੋਂ ਕਿਸੇ ਕੰਮ ਦੀ ਮਦਦ ਮੰਗੇ ਕਿ ਰਾਜਨ ਮਹਾਰਾਜ ਜੀ ਮੈਨੂੰ ਆਹ ਫਲਾਣਾ ਕੰਮ ਪੈ ਗਿਆ, ਉਹਦੇ ਵਾਸਤੇ ਮਦਦ ਦੀ ਲੋੜ, ਆ ਮਦਦ ਦਿਓ। ਤੇ ਰਾਜਾ ਅੱਗੋਂ ਕੀ ਆਖੇਗਾ? ਠੀਕ ਹੈ ਭਾਈ ਮੈਂ ਤੇਰੀ ਮਦਦ ਕਰਦਾ ਤੇ ਤੂੰ ਮੇਰਾ ਆਹ ਕੰਮ ਕਰ, ਫਿਰ ਤੇਰੀ ਮੈਂ ਸਾਰੀ ਤਰ੍ਹਾਂ ਕਰਕੇ ਸਹਾਇਤਾ ਕਰਾਂਗਾ। ਤੇ ਇਸੇ ਤਰ੍ਹਾਂ ਹੀ ਸੰਗਤ ਦੀ ਦੁਨੀਆਦਾਰੀ ਦੇ ਸਾਡੇ ਕੰਮ ਚੱਲ ਰਹੇ ਹੈ ਨਾ। ਜੇ ਕਿਸੇ ਕੋਲ ਆਪਾਂ ਜਾ ਕੇ ਕੁਝ ਮਦਦ ਮੰਗਦੇ ਐ ਤੇ ਅਗਲਾ ਆਖਦਾ ਹੀ ਹੈ ਨਾ, ਚੱਲ ਠੀਕ ਹੈ ਮੈਂ ਤੇਰੀ ਆਹ ਮਦਦ ਕਰ ਦੂੰ ਤੇ ਤੂੰ ਫਿਰ ਆਹ ਕੰਮ ਮੇਰਾ ਕਰ ਦੇ। ਆਪਾਂ ਤਿਆਰ ਹੁੰਨੇ ਕਿ ਹਾਂ ਠੀਕ ਹੈ ਮੈਂ ਤੇਰਾ ਇਹ ਕੰਮ ਕਰਾਂਗਾ ਤੇ ਤੂੰ ਮੇਰੇ ਆਹ ਕੰਮ ਦੇ ਵਿੱਚ ਮੇਰੀ ਸਹਾਇਤਾ ਕਰ ਦੇ। ਤੋ ਬੰਦਾ ਇੱਦਾਂ ਸੰਗਤ ਦੀ ਸਹਾਇਤਾ ਕਰ ਦਿੰਦਾ ਤੇ ਆਪਾਂ ਉਹਦਾ ਕੰਮ ਵੀ ਕੋਈ ਨਾ ਕੋਈ ਕਰ ਦਿੰਦੇ ਆ। ਹੁਣ ਗੁਰੂ ਦੇ ਦਰ 'ਤੇ ਆ ਗਏ ਤੇ ਗੁਰੂ ਦੇ ਪਾਸੋਂ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਹ ਵੀ ਦਾਤ ਦੇ ਦਿਓ, ਆਹ ਵੀ ਦਾਤ ਦੇ ਦਿਓ। ਮੰਗੀ ਗਏ ਤੇ ਗੁਰੂ ਕਹਿੰਦਾ ਠੀਕ ਹੈ ਭਾਈ ਤੈਨੂੰ ਦੇ ਦੇਵਾਂਗਾ, ਪਰ ਮੇਰੀ ਵੀ ਆਹ ਗੱਲ ਮੰਨ ਜੋ ਗੁਰਬਾਣੀ ਦੇ ਵਿੱਚ ਥਾਂ ਥਾਂ 'ਤੇ ਸੰਗਤ ਜੀ ਲਿਖਿਆ ਹੋਇਆ ਹੈ। ਤੂੰ ਜੇ ਮਾਰ ਕਹਿੰਦੇ ਇਹ ਵੀ ਮੰਨ। ਤੇ ਉਸ ਸਮੇਂ ਸੰਗਤ ਜੀ ਜਿਹੜੇ ਕੋ ਮੰਗਣ ਵਾਲੇ ਹੈ ਉਹ ਫਿਰ ਆਪਣੇ ਕੰਨ ਬੰਦ ਕਰ ਲੈਂਦੇ, ਨਾ ਮਹਾਰਾਜ ਇਹ ਨਹੀਂ ਸਾਡੇ ਕੋਲੋਂ ਮੰਨਿਆ ਜਾਣਾ, ਬਸ ਸਾਨੂੰ ਜੋ ਕੁਝ ਅਸੀਂ ਲਿਸਟ ਲੈ ਕੇ ਆਏ ਹਾਂ ਤੁਹਾਡੇ ਪਾਸ
ਛੇਤੀ ਛੇਤੀ ਸੌਦਾ ਤੁਸੀਂ ਦੇ ਦਿਓ। ਦਿੰਦੇ ਹੋ ਠੀਕ ਹੈ, ਨਹੀਂ ਦਿੰਦੇ ਤਾਂ ਮੈਂ ਫਿਰ ਹੋਰ ਦੁਕਾਨ 'ਤੇ ਜਾਂਦਾ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਜੋ ਧਾਰਮਿਕ ਸਥਾਨ ਹੈ, ਉਹਨਾਂ ਉੱਤੇ ਜਿਹੜੇ ਆਉਣ ਵਾਲੇ ਨੇ ਕੁਝ ਉਹਨਾਂ ਦੇ ਐਸੇ ਖਿਆਲਾਤ ਪ੍ਰਗਟ ਹੋ ਗਏ, ਖਿਆਲ ਬਣ ਗਏ ਉਹਨਾਂ ਦੇ। ਬਸ ਇਹੀ ਮਨ ਵਿੱਚ ਸੋਚ ਸੋਚ ਕੇ ਸੰਗਤ ਜੀ ਗੁਰਦੁਆਰੇ ਸਾਹਿਬ ਆਉਂਦੇ। ਫਿਰ ਹੁਣ ਇਹਨਾਂ ਵਿੱਚੋਂ ਸੁੱਖ ਕਿੱਥੇ ਲੈਣੇ? ਸੁੱਖ ਨੇ ਤੇ ਗੁਰੂ ਦੀ ਮੰਨਣੀ ਕੁਝ ਨਹੀਂ, ਤੇ ਗੁਰੂ ਨੂੰ ਆਪਣੀ ਮਨਾਉਣੀ ਹੈ। ਇਹਦੇ ਨਾਲ ਕਿਵੇਂ ਜੀਵਨ ਸਫਲ ਹੋਏਗਾ? ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਫਿਰ ਦੱਸਦੇ ਹੈ ਕਿ ਜਿਹੜੇ ਆਪਾਂ ਆਉਨੇ ਹੈ ਨਾ, ਜਿੰਨੇ ਜਾਣੇ, ਸਾਰਿਆਂ ਦਾ ਆਉਣਾ ਜਿਹੜਾ, ਚਲੋ ਗੁਰਦੁਆਰੇ ਸਾਹਿਬ ਆਉਣਾ ਸਫਲਾ ਹੈ, ਪਰੰਤੂ ਅਸਲੀ ਸਫਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਨ੍ਹਾਂ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ ਹੈ, ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ ਹੈ। ਉਹ ਕਿਹਨਾਂ ਨੇ ਮੰਨੀ ਹੈ? ਉਹ ਸਾਧ ਸੰਗਤ ਜੀ ਗੁਰਮੁਖ ਨੇ। ਤੇ ਉਹਨਾਂ ਦਾ ਕੈਸਾ ਜੀਵਨ ਹੁੰਦਾ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਇਹ ਸ਼ਬਦ ਵਿੱਚ ਕਿ ਇਹ ਮੇਰੇ ਪਰਮੇਸ਼ਰ ਜਿਹੜੇ ਗੁਰਮੁਖ ਪਿਆਰੇ ਹਨ, ਉਹ ਸਦਾ ਸਦਾ ਹੀ ਤੈਨੂੰ ਸਲਾਹੁਣਾ ਕਰਦੇ ਐ। ਮਹਾਰਾਜ ਕਿੰਨਾ ਚਿਰ ਸਲਾਉਂਦੇ ਹੋਣਗੇ? ਕੋਈ 1 ਸਾਲ ਸਲਾਉਂਦਾ ਹੋਏਗਾ, ਕੋਈ 2 ਸਾਲ ਸਲਾਉਂਦਾ ਹੋਏਗਾ। ਮਹਾਰਾਜ ਕਹਿੰਦੇ ਗੁਰਸਿੱਖੋ ਐਸਾ ਨਹੀਂ ਹੈ। ਜਿੰਨਾ ਚਿਰ ਉਹਦੇ ਹਿਰਦੇ ਦੇ ਵਿੱਚ, ਸਰੀਰ ਦੇ ਵਿੱਚ ਪ੍ਰਾਣ ਚੱਲਦੇ ਹੈ, ਸਾਹ ਚੱਲਦੇ ਹੈ, ਉਹਨਾਂ ਚਿਰ ਤੱਕ ਉਹ ਪਰਮਾਤਮਾ ਨੂੰ ਸਲਾਹੁੰਦਾ ਹੀ ਰਹਿੰਦਾ ਹੈ। ਕਿਉਂਕਿ ਉਹਨਾਂ ਦੀ ਅਵਸਥਾ ਐਸੀ ਹੈ ਕਿ ਐ ਮੇਰੇ ਸੁਆਮੀ, ਜੇ ਇੱਕ ਖਿਨ ਪਲ ਸਮੇਂ ਜਿੰਨਾ ਵੀ ਤੂੰ ਉਹਨਾਂ ਨੂੰ ਵਿਸਰ ਜਾਵੇਂ, ਭੁੱਲ ਜਾਵੇਂ। ਇਹ ਸਮੇਂ ਦੀ ਇਕਾਈ ਸਾਧ ਸੰਗਤ ਦੀ ਪੁਰਾਣੇ ਸਮੇਂ ਦੀ, ਅੱਜ ਕੱਲ੍ਹ ਜਿਵੇਂ ਸਭ ਤੋਂ ਛੋਟੀ ਸੂਈ ਆਪਾਂ ਸੈਕਿੰਡ ਮੰਨਦੇ ਹੈ, ਇੱਕ ਫਿਰ ਮਿੰਟਾਂ ਵਾਲੀ ਸੂਈ ਹੈ, ਤੀਜੀ ਘੰਟਿਆਂ ਵਾਲੀ ਸੂਈ ਹੈ। ਪੁਰਾਣੇ ਸਮੇਂ ਖਿਨ ਪਲ, ਚਸਾ, ਘੜੀਆਂ ਇਤਿਆਦਿਕ ਐਸੇ ਸਮੇਂ ਹੁੰਦੇ ਸਨ। ਸਮੇਂ ਦੀ ਇਕਾਈ ਹੁੰਦੀ ਸੀ, ਉਹਦੇ ਵਿੱਚ ਜਿਵੇਂ ਸਾਧ ਸੰਗਤ ਜੀ ਤਕਰੀਬਨ 24.5 ਮਿੰਟ ਦੀ ਇੱਕ ਘੜੀ ਹੁੰਦੀ ਹੈ ਅੱਜ ਦੇ ਸਮੇਂ ਅਨੁਸਾਰ, ਅਤੇ ਇੱਕ ਦਿਨ ਦੇ ਵਿੱਚ ਤਕਰੀਬਨ 60 ਅਤੇ ਉਦੋਂ ਪੁਰਾਣੇ ਸਮੇਂ ਵਿੱਚ 64 ਘੜੀਆਂ ਵੀ ਮੰਨੀਆਂ ਜਾਂਦੀਆਂ ਰਹੀਆਂ ਹਨ। ਤੋ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਇਹ ਸਮਾਂ ਹੈ ਖਿਨ ਜਿਹੜਾ ਹੁੰਦਾ ਹੈ ਇੱਕ ਪਲ ਦੇ 60ਵੇਂ ਹਿੱਸੇ ਨੂੰ ਖਿਨ ਕਹਿੰਦੇ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਹੁੰਦਾ ਹੈ ਪਲ, ਜਿਹੜਾ ਪਲ ਕਹਿੰਦੇ ਘੜੀ ਦੇ 60ਵੇਂ ਹਿੱਸੇ ਨੂੰ ਜਿਹੜਾ ਖਿਨ ਹੁੰਦਾ ਹੈ। ਇਹ ਜਿਵੇਂ 2 ਸ਼ਬਦ ਆਪਾਂ ਪੜ੍ਹੀਏ ਮੁਕਤੇ, ਅਤੇ 2 ਸ਼ਬਦਾਂ ਨੂੰ ਪੜ੍ਹਦਿਆਂ ਹੋਇਆਂ ਜਿੰਨਾ ਟਾਈਮ ਲੱਗੇ ਉਨੇ ਟਾਈਮ ਨੂੰ ਸਾਧ ਸੰਗਤ ਜੀ ਇੱਕ ਖਿਨ ਆਖਦੇ ਹੈ। ਇੱਦਾਂ ਕਹਿ ਲਈ ਜਿਵੇਂ ਘੱਗਾ ਅਤੇ ਟੈਂਕਾ ਘੱਟ ਸ਼ਬਦ ਹੈ, ਇਹਨਾਂ ਆਖੀਏ ਘੱਟ, ਅਤੇ ਇੰਨੇ ਸਮੇਂ ਦੇ ਵਿੱਚ ਕਹਿੰਦੇ 2 ਖਿਨ ਲੰਘ ਚੁੱਕੇ ਹੈ। ਜਾਂ ਪਿੱਪਲ ਦਾ ਪੱਤਾ ਲੈ ਕੇ ਅਤੇ ਉਹਦੇ ਵਿੱਚ ਸੂਈ ਮਾਰੀਏ, ਅਤੇ ਜਿੰਨਾ ਕੁ ਸਮਾਂ ਸੂਈ ਮਾਰਨ ਨੂੰ ਲੱਗੇ ਅਤੇ ਕਹਿੰਦੇ ਇੰਨੇ ਸਮੇਂ ਦੇ ਵਿੱਚ 4 ਖਿਨ ਲੰਘ ਚੁੱਕੇ ਹੁੰਦੇ ਨੇ। ਤੋ ਇਸ ਤਰੀਕੇ ਨਾਲ ਇਸ ਸਮੇਂ ਦੀ ਇਕਾਈ ਮੰਨੀ ਹੋਈ। ਮਹਾਰਾਜ ਦੱਸਦੇ ਕਿ ਹੇ ਗੁਰਸਿੱਖੋ, ਉਹ ਪਰਮਾਤਮਾ ਜੇਕਰ ਇੱਕ ਖਿਨ ਸਮਾਂ, ਇੱਕ ਪਲ ਜਿੰਨਾ ਸਮਾਂ ਵੀ ਵਿਸਰ ਜਾਵੇ, ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਜੇ ਗੁਰਮੁਖਾਂ ਨੂੰ ਉਹਦੀ ਯਾਦ ਭੁੱਲੇ, ਤਾਂ ਉਹ ਆਪਣੇ ਮਨ ਦੇ ਵਿੱਚ 50 ਸਾਲਾਂ ਜਿੰਨਾ ਸਮਾਂ ਜਾਣਦੇ। ਇੰਨਾ ਪਿਆਰ, ਇੰਨਾ ਵਿਰਾਗ ਸਾਧ ਸੰਗਤ ਜੀ ਉਹਨਾਂ ਦੇ ਮਨ 'ਚ ਲੱਗਾ ਹੁੰਦਾ ਵੀ ਇੱਕ ਖਿਨ ਵੀ ਉਹਨਾਂ ਨੂੰ ਵਰ੍ਹਿਆਂ ਵਰਗਾ ਪ੍ਰਤੀਤ ਹੁੰਦਾ ਹੈ। ਆਪਣੀ ਜ਼ਿੰਦਗੀ ਵਿੱਚ ਕਈ ਦਫਾ ਐਸਾ ਸਮਾਂ ਬਣਦਾ ਹੈ ਜਦੋਂ ਉੱਦਾਂ ਤਾਂ ਸਮੇਂ ਦਾ ਸਾਨੂੰ ਸਾਧ ਸੰਗਤ ਜੀ ਪਤਾ ਹੀ ਨਹੀਂ ਚੱਲਦਾ। ਸਵੇਰੇ ਉੱਠੇ ਐ, ਬਹਿ ਗਏ ਕਿਤੇ ਜਾ ਕੇ, ਟੈਲੀਵਿਜ਼ਨ ਲਾ ਲਿਆ, ਕਿਸੇ ਨੇ ਮੋਬਾਈਲ ਖੋਲ੍ਹ ਲਿਆ, ਪਤਾ ਨਹੀਂ 2, 2.5, 3 ਘੰਟੇ ਕਿਵੇਂ ਲੰਘ ਗਏ। ਇਹੀ ਜੇ ਆਪਾਂ ਕਿਸੇ ਦੀ ਉਡੀਕ ਕਰਨੀ ਹੋਵੇ, ਸਮਾਂ ਹੈ, ਕਿਸੇ ਨੇ ਕਿਹਾ ਕਿ ਮੈਂ ਇੰਨੇ ਸਮੇਂ 'ਚ ਆਵਾਂਗਾ, ਅਤੇ ਅਸੀਂ ਉਹਦੀ ਉਡੀਕ 'ਚ ਬੈਠੇ ਹੋਏ ਐਂ, ਉੱਥੇ ਇੱਕ ਸੈਕਿੰਡ ਵੀ ਸਾਨੂੰ ਬੜਾ ਵੱਡਾ ਦਿਸੇਗਾ ਕਿ ਹਾਂ ਹੁਣ ਵੀ ਆਉਂਦਾ, ਹੁਣ ਵੀ ਆਉਂਦਾ। ਇੱਦਾਂ ਜਦੋਂ ਕਿਸੇ ਦੀ ਉਡੀਕ ਵਿੱਚ ਬੈਠਦੇ ਆ ਨਾ, ਸਮਾਂ ਉਹੋ ਹੀ ਹੁੰਦਾ ਵਾ, ਪਰ ਉਸ ਸਮੇਂ ਸਮਾਂ ਸਾਨੂੰ ਬੜਾ ਲੰਬਾ ਲੱਗਣ ਲੱਗ ਪੈਂਦਾ ਵਿਛੋੜੇ ਦੇ ਵਿੱਚ। ਜਿਵੇਂ ਕਿਸੇ ਮਾਂ ਦਾ ਪੁੱਤਰ ਵਿਦੇਸ਼ ਵਿੱਚ ਗਿਆ ਹੋਇਆ, ਪੁੱਤਰ ਨੇ ਫੋਨ ਕੀਤਾ ਕਿ ਮਾਂ ਮੈਂ ਆ ਰਿਹਾ ਹਾਂ, ਸਵੇਰੇ ਮੈਂ ਘਰ ਦੇ ਵਿੱਚ ਆ ਜਾਵਾਂਗਾ ਮਿਲਣ ਵਾਸਤੇ।
ਤਾਂ ਉਹ ਹੁਣ ਮਾਂ ਦੇ ਅੰਦਰ ਜਿਹੜਾ ਉਹ ਸਮਾਂ ਹੈ, ਉਹ ਥੋੜ੍ਹਾ ਥੋੜ੍ਹਾ ਜਿਹੜਾ ਸਕਿੰਟਾਂ ਦਾ, ਮਿੰਟਾਂ ਦਾ ਸਮਾਂ ਸਾਧ ਸੰਗਤ ਜੀ, ਉਹ ਵੀ ਕਈ ਦਿਨਾਂ ਵਰਗਾ ਲੰਘਦਾ। ਫਿਰ ਇਹ ਆਮ ਹੀ ਸਾਡੇ ਨਾਲ ਐਸਾ ਵਰਤਦਾ ਹੈ। ਅਤੇ ਮਹਾਰਾਜ ਇੱਥੇ ਗੁਰਮੁਖਾਂ ਦਾ ਜੀਵਨ ਦੱਸਦੇ ਜਿਹੜੇ ਰੱਬ ਦੇ ਪਿਆਰੇ ਹੈ, ਕਿ ਜੇਕਰ ਉਹਨਾਂ ਨੂੰ ਇੱਕ ਖਿਣ ਮਾਤਰ ਵੀ ਕਿਤੇ ਰੱਬ ਦੀ ਯਾਦ ਭੁੱਲੇ ਤਾਂ ਉਹ ਕਹਿੰਦੇ ਸਾਡੇ ਤਾਂ 50 ਸਾਲ ਲੰਘੇ ਹੋਣ, ਜਿਵੇਂ ਇੰਨਾ ਸਮਾਂ ਹੋ ਗਿਆ ਹੈ। ਐਡਾ ਪਿਆਰ, ਇੰਨਾ ਵਿਰਾਗ ਉਹਨਾਂ ਦੇ ਅੰਦਰ ਹੁੰਦਾ ਹੈ। ਏ ਭਾਈ ਅਸੀਂ ਤਾਂ ਮੂੜ ਮੂਰਖ ਹਾਂ, ਮੁਗਧ ਬੇਸਮਝ ਹਾਂ। ਇਹ ਤਾਂ ਭਾਈ ਪਰ ਗੁਰਾਂ ਦੇ ਉਪਦੇਸ਼ ਦੁਆਰਾ ਹੀ ਸਾਡੇ ਅੰਦਰ ਗਿਆਨ ਹੋਇਆ, ਅੰਦਰ ਚਾਨਣ ਹੋਇਆ, ਕੁਝ ਸਮਝ ਪਈ ਹੈ। ਇਸ ਕਰਕੇ ਅਸੀਂ ਤਾਂ ਇਹੀ ਬੇਨਤੀ ਕਰਦੇ, ਇਹ ਮਹਾਰਾਜ ਸਾਡੇ ਵਿੱਚ ਆਪੋਂ ਕੋਈ ਸਮਰੱਥਾ ਨਹੀਂ ਹੈ ਕਿ ਅਸੀਂ ਆਪੋਂ ਕੁਝ ਸਮਝ ਸਕੀਏ ਕਿ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਜਿਉਣਾ ਹੈ, ਕਿਵੇਂ ਸਾਡਾ ਜੀਵਨ ਸਫਲ ਹੋਏ। ਤੂੰ ਮਹਾਰਾਜ ਅਸੀਂ ਇਹੀ ਤੇਰੇ ਅੱਗੇ ਅਰਦਾਸ ਕਰਦੇ ਹਾਂ, ਤੂੰ ਆਪ ਹੀ ਸਾਨੂੰ ਇਹ ਸਮਝਾ ਦੇ। ਬਸ ਮਹਾਰਾਜ ਜੀ ਮੈਂ ਤਾਂ ਤੁਹਾਡੇ ਉੱਪਰੋਂ ਸਦਾ ਹੀ ਆਪਣੇ ਆਪ ਨੂੰ ਕੁਰਬਾਨ ਹੀ ਕਰਦਾ ਹਾਂ ਜੀ। ਐ ਮੇਰੇ ਪਰਮ ਪਰਮਾਤਮਾ ਮੈਨੂੰ ਆਪਣਾ ਨਾਮ ਵੀ ਦੇ, ਤੇ ਮੈਂ ਤੇਰੇ ਨਾਮ ਤੋਂ ਵੀ ਬਲਿਹਾਰੇ ਜਾਂਦਾ ਹਾਂ। ਅਸਥਾਈ ਦੇ ਕੇ ਅੱਗੇ ਸਮਝਾਉਂਦੇ ਐ। ਫਿਰ ਗੁਰਮੁਖ ਜਿਹੜੇ ਸੱਜਣ ਹਨ ਉਹ ਆਖਦੇ ਆ ਕਿ ਸਾਡਾ ਜੀਵਨ ਕੈਸਾ ਕਿਵੇਂ ਬਣਿਆ। ਕਹਿੰਦੇ ਭਾਈ ਅਸੀਂ ਗੁਰਾਂ ਦੇ ਉਪਦੇਸ਼ ਕਰਕੇ ਮੋਏ ਕੀ ਇਹ ਮਰ ਗਏ ਹਾਂ, ਭਾਵ ਜੀਵਤ ਭਾਵ ਵੱਲੋਂ ਬੰਦਾ ਆਪਣੇ ਅਹੰਕਾਰ ਦੇ ਵਿੱਚ ਸਾਧ ਸੰਗਤ ਜੀ ਜਿਉਂਦਾ ਹੈ, ਹਉਮੈ ਕਰਕੇ ਹੀ ਬੰਦਾ ਜਿਉਂ ਰਿਹਾ ਹੈ। ਜਿਹੜੇ ਗੁਰਮੁਖ ਹੈ ਉਹ ਆਪਣੀ ਹਉਮੈ ਮੇਟ ਲੈਂਦੇ ਹੈ, ਫਿਰ ਉਹ ਦੁਨੀਆ ਵਾਲੇ ਪਾਸੇ ਤੋਂ ਆਪਣੇ ਆਪ ਨੂੰ ਮਰਿਆ ਸਮਝਦੇ ਹੈ। ਜਿਹੜੇ ਦੁਨੀਆ ਵਾਲੇ ਪਾਸੇ ਤੋਂ ਮਰ ਜਾਂਦੇ ਹੈ ਉਹ ਫਿਰ ਰੱਬ ਵਾਲੇ ਪਾਸੇ ਜੀ ਪੈਂਦੇ ਨੇ। ਅਤੇ ਦੁਨੀਆ ਵਾਲੇ ਪਾਸੇ ਤੋਂ ਮਰਨਾ ਕੀ ਹੈ, ਜ਼ਰੂਰੀ ਨਹੀਂ ਕਿ ਸ਼ਾਇਦ ਸਰੀਰ ਖਤਮ ਹੋਏਗਾ ਤਾਂ ਦੁਨੀਆ ਵਾਲੇ ਪਾਸਿਓਂ ਮੌਤ ਹੋਏਗੀ। ਉਹ ਤਾਂ ਮੌਤ ਵੱਖਰੀ ਹੈ ਸਾਧ ਸੰਗਤ ਜੀ। ਮੌਤ ਵੀ ਕਈ ਪ੍ਰਕਾਰ ਦੀ ਹੈ। ਉਹਨੂੰ ਸਰੀਰਕ ਮੌਤ ਕਿਹਾ ਜਾਂਦਾ ਹੈ। ਜਿਹੜਾ ਕੋਈ ਪ੍ਰਾਣੀ ਸਾਡੇ ਵਿੱਚੋਂ ਸਦਾ ਲਈ ਵਿਸਰ ਜਾਂਦਾ, ਉਹਨੂੰ ਮੜੀਆਂ ਵਿੱਚ ਜਾ ਕੇ ਸਾੜ ਆਉਂਦੇ ਹੈ, ਉਹ ਇੱਕ ਸਰੀਰਕ ਮੌਤ ਹੈ। ਸਰੀਰਕ ਮੌਤ ਤੋਂ ਪਹਿਲਾਂ ਵੀ ਤਕਰੀਬਨ 7-8 ਪ੍ਰਕਾਰ ਦੀ ਮੌਤ ਸਾਡੀ ਜ਼ਿੰਦਗੀ ਦੇ ਵਿੱਚ ਨਿੱਤ ਹੀ ਨਿੱਤ ਜਾਂ ਕਿਤੇ ਕਿਤੇ ਘਟਦੀ ਰਹਿੰਦੀ, ਵਾਪਰਦੀ ਰਹਿੰਦੀ ਹੈ। ਉਹ ਇੱਕ ਵੱਖਰਾ ਵਿਸ਼ਾ ਹੈ, ਲੰਮੀ ਵਿਚਾਰ ਹੋਏਗੀ। ਇਸ ਕਰਕੇ ਉਹਨੂੰ ਇੱਥੇ ਛੱਡਦੇ ਹਾਂ। ਤੋ ਇੱਥੇ ਜੋ ਗੁਰਮੁਖਾਂ ਦੀ ਗੱਲ ਚੱਲ ਰਹੀ ਹੈ ਵੀ ਗੁਰੂ ਦੇ ਸ਼ਬਦ ਦੁਆਰਾ ਮਰਦੇ ਨੇ। ਕਿੱਧਰੋਂ ਮਰਦੇ ਹੈ? ਆਪਣੀ ਮੈਂ ਨੂੰ ਮਾਰ ਲੈਂਦੇ ਨੇ। ਭਾਵ ਦੁਨੀਆ ਵਾਲੇ ਪਾਸੇ ਜਿਹੜਾ ਉਹਨਾਂ ਦਾ ਮੋਹ ਲੱਗਾ ਸੀ ਵੀ ਮੇਰਾ ਤਾਂ ਇਹਦੇ ਤੋਂ ਬਿਨਾਂ ਸਰਨਾ ਹੀ ਕੁਝ ਨਹੀਂ ਹੈ। ਕਹਿੰਦੇ ਇਸ ਜਿਹੜੀ ਵਿਚਾਰ ਸੀ ਨਾ, ਹਉਮੈ ਕਰਕੇ ਬੰਦੇ ਦੇ ਅੰਦਰ ਪ੍ਰਗਟ ਹੋ ਰਹੀ ਸੀ। ਆ ਜਿੰਨਾ ਵੀ ਸੰਗਤ ਜੀ ਅੰਦਰ ਸਾਡੇ ਸੰਸਾ ਭੁਲੇਖਾ ਬਣਿਆ ਹੋਇਆ ਹੈ, ਸਾਰਾ ਮੈਂ ਕਰਕੇ ਬਣਿਆ ਹੋਇਆ, ਮੈਂ ਦੇ ਆਸਰੇ ਹੀ ਖਲੋਤਾ ਹੋਇਆ ਹੈ। ਕਿਉਂਕਿ ਜਿਹੜੀ ਚੀਜ਼ ਦੇ ਨਾਲ ਸਾਡੀ ਮੈਂ ਜੁੜ ਗਈ ਹੈ, ਫਿਰ ਉਹ ਚੀਜ਼ ਨੂੰ ਜਿੰਨਾ ਵੀ ਚਾਹੇ ਦੁੱਖ ਹੈ, ਚਾਹੇ ਸੁੱਖ ਹੈ, ਚਾਹੇ ਨੁਕਸਾਨ ਹੈ, ਉਹ ਸਾਡਾ ਅਸੀਂ ਆਪਣਾ ਸਮਝਣ ਲੱਗ ਪੈਂਦੇ ਹਾਂ। ਕੋਈ ਵੀ ਚੀਜ਼ ਲਾ ਲਓ, ਹੁਣ ਐਂ ਕਹਿ ਲਈਏ ਸੰਗਤ ਜਿਵੇਂ ਕੋਈ ਮੋਟਰ ਗੱਡੀ ਹੈ, ਕੋਈ ਜਾ ਰਹੀ ਰਸਤੇ ਵਿੱਚ ਆਪਾਂ ਦੇਖਦੇ ਕਿੰਨੇ ਐਕਸੀਡੈਂਟ ਹੋਏ ਹੈ। ਹਾਂ ਸਾਡੇ ਮਨ ਵਿੱਚ ਥੋੜ੍ਹਾ ਜਿਹਾ ਤਰਸ ਜ਼ਰੂਰ ਆਉਂਦਾ ਹੋਏਗਾ ਵੇਖ ਕੇ ਵੀ ਚੱਲ ਗਲਤ ਹੋਇਆ, ਮਾੜਾ ਹੋਇਆ। ਇਹਦੋਂ ਵੱਧ ਸਾਡੇ ਅੰਦਰ ਕੋਈ ਗੱਲ ਨਹੀਂ ਆਉਂਦੀ। ਪਰ ਜਦੋਂ ਕਿਤੇ ਰੱਬ ਨਾ ਕਰੇ ਅਤੇ ਆਪਣੀ ਕੋਈ ਗੱਡੀ ਮੋਟਰ ਦਾ ਇੱਦਾਂ ਹੋ ਜਾਵੇ, ਉੱਥੇ ਫਿਰ ਸੰਗਤ ਜੀ ਸਾਡੇ ਹੰਝੂ ਵੀ ਨਿਕਲ ਪੈਣਗੇ, ਬੜਾ ਦੁੱਖ ਡਾਢਾ ਹੋਏਗਾ। ਕਾਰਨ ਕੀ? ਗੱਡੀ ਤਾਂ ਗੱਡੀ ਹੋਈ ਹੈ ਨਾ, ਹੋ ਸਕਦਾ ਉਸੇ ਕੰਪਨੀ ਦੀ ਹੋਵੇ, ਪਰ ਕਾਰਨ ਕੀ ਵੀ ਉਹ ਗੱਡੀ ਦੇ ਵਿੱਚ ਜਿਹੜੀ ਪਹਿਲਾਂ ਦੇਖੀ ਸੀ ਉਹਦੇ ਵਿੱਚ ਮੇਰ ਹੈ ਨਹੀਂ ਸੀ, ਉਹ ਮੈਂ ਆਪਣੀ ਨਹੀਂ ਸਮਝੀ ਸੀ। ਜਿਹੜੀ ਇਹ ਹੈ ਇਹਨੂੰ ਮੈਂ ਆਪਣੀ ਸਮਝ ਲਿਆ ਵੀ ਆਹ ਮੇਰੀ ਹੈ। ਅਤੇ ਜਦੋਂ ਬੰਦਾ ਮੇਰੀ ਸਮਝ ਲੈਂਦਾ ਨਾ ਕਿਸੇ ਚੀਜ਼ ਨੂੰ, ਅਤੇ ਫਿਰ ਉਹ ਚੀਜ਼ ਦਾ ਜਦੋਂ ਨੁਕਸਾਨ ਹੁੰਦਾ ਹੈ, ਉਹ ਚੀਜ਼ ਦਾ ਘਾਟਾ ਵਾਧਾ, ਉਹ ਸਾਰਾ ਫਿਰ ਬੰਦਾ ਆਪਣਾ ਸਮਝਣ ਲੱਗ ਪੈਂਦਾ ਹੈ। ਇੱਦਾਂ ਹੀ ਹੈ ਦੁਨੀਆ ਦੀ ਹਾਲਤ ਸੰਗਤ ਦੀ, ਸੰਸਾਰ ਦੇ ਵਿੱਚ
ਆਪਾਂ ਕੋਈ ਵੀ ਚੀਜ਼ ਲਾ ਸਕਦੇ ਹਾਂ। ਸਰੀਰ 'ਤੇ ਪਾਏ ਹੋਏ ਕੱਪੜੇ ਵੀ ਹੈ, ਸਰੀਰ ਦੇ ਨਾਲ ਜਿੰਨਿਆਂ ਦਾ ਵੀ ਸਾਡੇ ਸੰਬੰਧ ਜੁੜਿਆ ਹੈ, ਮਾਤਾ ਹੈ, ਪਿਤਾ ਹੈ, ਬੱਚੇ ਨੇ, ਆ ਜਿੰਨਾ ਕੁਝ ਵੀ ਜ਼ਮੀਨ ਜਾਇਦਾਦ ਕੋਠੀਆਂ ਕਾਰਾਂ ਸਾਰਾ ਕੁਝ ਹੈ। ਬਸ ਜਿਹਦੇ ਨਾਲ ਵੀ ਸਾਡੀ ਅੰਦਰੋਂ ਮੈਂ ਜੁੜ ਗਈ ਨਾ, ਅਤੇ ਫਿਰ ਉਹ ਚੀਜ਼ਾਂ ਦਾ ਘਾਟਾ ਵਾਧਾ ਨੁਕਸਾਨ ਅਸੀਂ ਆਪਣਾ ਸਮਝਣ ਲੱਗ ਪੈਂਦੇ ਹਾਂ। ਇਹ ਭੁਲੇਖਾ ਸਾਡੇ ਅੰਦਰ ਇੱਕ ਪੈਦਾ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ। ਅਤੇ ਫਿਰ ਇਹ ਹੁਣ ਭੁਲੇਖਾ ਡਰ ਦੂਰ ਕਿਵੇਂ ਹੋਵੇ? ਮਹਾਰਾਜ ਕਹਿੰਦੇ ਜਿਹੜੀ ਮੈਂ ਲਾਈ ਹੋਈ ਸੀ ਬਸ ਮੈਂ ਖ਼ਤਮ ਕਰ ਦਿਓ ਇਹਦੇ ਵਿੱਚੋਂ। ਘਰ ਨੂੰ ਛੱਡਣ ਦੀ ਲੋੜ ਨਹੀਂ, ਜਿਹੜੇ ਕੁਝ ਪਦਾਰਥ ਹੈ ਬੱਚੇ ਛੱਡਣ ਦੀ ਲੋੜ ਨਹੀਂ ਹੈ, ਸਰੀਰ 'ਤੇ ਪਾਏ ਹੋਏ ਕੱਪੜੇ ਲਾਉਣ ਦੀ ਲੋੜ ਨਹੀਂ ਹੈ। ਬਸ ਜਿੱਦਾਂ ਆਪਾਂ ਸੰਸਾਰ ਦੇ ਵਿੱਚ ਰਹਿ ਰਹੇ ਹਾਂ ਰਹਿਣਾ ਇੱਦਾਂ ਹੀ ਹੈ, ਪਰ ਇਹਦੇ ਵਿੱਚ ਜਿਹੜੀ ਮੈਂ ਲਾ ਲਈ ਸੀ ਨਾ ਮਹਾਰਾਜ ਕਹਿੰਦੇ ਉਹ ਮੈਂ ਛੱਡ ਦਿਓ। ਬਸ ਇਹ ਕਹਿਣਾ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ। ਅਤੇ ਫਿਰ ਸਾਧ ਸੰਗਤ ਦੀ ਦੁੱਖ ਨਹੀਂ ਪ੍ਰਗਟ ਹੁੰਦਾ ਹੈ। ਇਹ ਗੁਰਮੁਖਾਂ ਦਾ ਜੀਵਨ ਹੈ, ਸਾਡਾ ਨਹੀਂ ਐਸਾ ਬਣਦਾ, ਪਰ ਬਣਾਉਣਾ ਹੁੰਦਾ ਐਸਾ ਹੀ। ਕਿਤੇ ਰੱਬ ਕਿਰਪਾ ਕਰੇ ਅਤੇ ਇਹੋ ਜਿਹਾ ਜੀਵਨ ਕਿਤੇ ਸਾਡਾ ਵੀ ਬਣੇ, ਫਿਰ ਉਹ ਜੀਵਨ ਵਿੱਚ ਬੜਾ ਸੰਗਤ ਦੀ ਸੁੱਖ ਹੀ ਸੁੱਖ ਹੈ, ਦੁੱਖ ਹੈ ਨਹੀਂ ਉਹਦੇ ਵਿੱਚ। ਤੋ ਇੱਥੇ ਦੱਸਦੇ ਆ ਕਿ ਹੁਣ ਉਹ ਮੈਂ ਵੱਲੋਂ ਮਰਿਆ ਕਿਵੇਂ ਜਾਵੇ? ਤਾਂ ਮਾਰੇ ਦਾਦੇ ਹਮ ਸ਼ਬਦ ਮੋਏ। ਗੁਰਮੁਖ ਦੱਸਦੇ ਹੈ ਕਿ ਇਹ ਭਾਈ ਅਸੀਂ ਤਾਂ ਗੁਰੂ ਦੇ ਸ਼ਬਦ ਦੁਆਰਾ ਇਹ ਜੀਵਤ ਭਾਵ ਤੋਂ ਮਰ ਗਏ ਸਾਂ, ਸ਼ਬਦ ਮਾਰ ਜਵਾਲੇ। ਕਿਉਂਕਿ ਗੁਰਾਂ ਦੇ ਸ਼ਬਦ ਵਿੱਚ ਐਸੀ ਤਾਕਤ ਹੈ ਕਿ ਗੁਰਾਂ ਦਾ ਸ਼ਬਦ ਹੀ ਜੀਵਤ ਭਾਵ ਤੋਂ ਮਾਰ ਕੇ ਅਤੇ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਜਵਾਲ ਦਿੰਦਾ ਹੈ। ਪ੍ਰਤੱਖ ਵੀ ਸਾਧ ਸੰਗਤ ਜੀ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਮਾਰ ਕੇ ਜਿਉਂਦਾ ਕਰ ਦਿੰਦਾ ਹੈ। ਜਿਵੇਂ ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸ਼੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ 'ਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਸੀ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਬਦ ਦਾ ਹੀ ਤਾਂ ਰੂਪ ਨੇ ਨਾ। ਬਾਣੀ ਗੁਰੂ ਹੈ, ਬਾਣੀ ਗੁਰੂ ਰੂਪ ਹੈ ਅਤੇ ਗੁਰੂ ਬਾਣੀ ਰੂਪ ਹੈ ਨਾ। ਅਤੇ ਫਿਰ ਸ਼ਬਦ ਨੇ ਉਹਨਾਂ ਦੇ ਸਾਧ ਸੰਗਤ ਦੀ ਸੀਸ ਲਏ ਸੀ। ਅਤੇ ਮੁੜ ਕੇ ਜਦੋਂ 5 ਬਾਣੀਆਂ ਪੜ੍ਹੀਆਂ, ਅਤੇ ਬਾਣੀ ਕੀ ਹੈ? ਸ਼ਬਦ ਹੀ ਤਾਂ ਹੈ। ਅਤੇ ਬਾਣੀਆਂ ਪੜ੍ਹ ਕੇ ਉਹਨਾਂ ਦੇ ਕੱਟੇ ਹੋਏ ਸੀਸ ਦੁਬਾਰਾ ਜੋੜ ਵੀ ਦਿੱਤੇ ਸਨ, ਉਹਨਾਂ ਨੂੰ ਜਿਉਂਦੇ ਵੀ ਕਰ ਦਿੱਤਾ ਸੀ। ਇੱਦਾਂ ਜਿਹੜਾ ਸ਼ਬਦ ਹੈ ਗੁਰੂ ਸਾਹਿਬ ਆਪਣੇ ਸ਼ਬਦ ਦੁਆਰਾ ਮਾਰ ਵੀ ਦਿੰਦਾ, ਸ਼ਬਦ ਦੁਆਰਾ ਜਿਉਂਦਾ ਵੀ ਕਰ ਦਿੰਦਾ। ਅਤੇ ਦੁਨੀਆ ਦੇ ਵਿੱਚ ਜਿਹੜਾ ਸੰਗਤ ਦੀ ਸਾਡਾ ਬੋਲ ਬਾਲਾ ਕਿਸੇ ਨਾਲ ਉੱਠਣਾ ਬੈਠਣਾ ਹੈ, ਇਹ ਵੀ ਸ਼ਬਦ ਦੇ ਆਸਰੇ ਖਲੋਤਾ ਹੋਇਆ ਹੈ। ਸਾਡੀ ਬੋਲ ਬਾਣੀ 'ਤੇ ਆਪਾਂ ਕਿਸੇ ਦੇ ਘਰ ਵਿੱਚ ਜਾਂਦੇ ਹਾਂ, 2-4 ਮਿੰਟਾਂ ਦੇ ਵਿੱਚ ਹੀ ਸਾਧ ਸੰਗਤ ਜੀ ਆਪਾਂ ਪਹਿਚਾਣ ਲੈਂਦੇ ਹਾਂ ਗੱਲਾਂ ਬਾਤਾਂ ਤੋਂ ਹੀ, ਕਿ ਜੇ 2 ਭਰਾ ਘਰ ਵਿੱਚ ਰਹਿ ਰਹੇ ਹੈ ਅਤੇ ਦੋਨਾਂ ਦਾ ਆਪਸ ਵਿੱਚ ਬੋਲ ਬਾਣੀ ਕਿਹੋ ਜਿਹਾ ਹੈ। ਆਪਾਂ ਗੱਲਾਂ ਬਾਤਾਂ ਕਰਾਂਗੇ ਅਤੇ ਗੱਲਾਂ ਬਾਤਾਂ ਨਾਲ ਹੀ ਸਾਨੂੰ ਸਮਝ ਪੈ ਜਾਣੀ ਕਿ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ। ਜੇ ਪੁੱਛਾਂਗੇ ਭਾਈ ਤੂੰ ਆਪਣੇ ਭਰਾ ਦੇ ਨਾਲ ਬੋਲਦਾ ਨਹੀਂ, ਉਹ ਕੀ ਆਖੂਗਾ? ਉਹ ਆਖੂ ਨਾ ਭਾਈ ਮੈਂ ਤਾਂ ਉਹਨੂੰ ਮਰਿਆ ਹੀ ਸਮਝਿਆ ਮੇਰੇ ਵੱਲੋਂ। ਇਹਦਾ ਮਤਲਬ ਮਰਿਆ ਤਾਂ ਹੈ ਨਹੀਂ ਉਹ, ਫਿਰ ਇੰਨੀ ਗੱਲ ਕਿਉਂ ਆਖੀ? ਭਾਵ ਕਿ ਬੋਲਾਂ ਕਰਕੇ ਹੀ ਸੰਗਤ ਦੀ ਜੀਵਨ ਹੈ, ਬੋਲਾਂ ਕਰਕੇ ਹੀ ਇੱਕ ਦੂਜੇ ਨਾਲ ਸਾਡੀ ਸਾਂਝ ਬਣਦੀ ਹੈ, ਭਾਈਵਾਲਤਾ ਬਣਦੀ ਹੈ। ਜੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਹੀ ਆਪਸ ਵਿੱਚ ਸਾਡੇ ਰਿਸ਼ਤੇ ਜੁੜਦੇ ਹੈ ਨਾ। ਤੂੰ ਚਾਹੇ ਸੰਗਤ ਦੀ ਆਪਣੀ ਆਪਾਂ ਲੜਕੀ ਦਾ ਰਿਸ਼ਤਾ ਕਰਦੇ ਹਾਂ, ਲੜਕੇ ਦਾ ਰਿਸ਼ਤਾ ਕਰਦੇ ਹਾਂ, ਉੱਥੇ ਵੀ ਤਾਂ ਬੋਲ ਬਾਣੀ ਤੋਂ ਹੀ ਸਮਝਿਆ ਜਾਂਦਾ ਹੈ ਨਾ। ਜੇ ਲੜਕਾ ਦੇਖਣਾ ਹੈ, ਲੜਕੀ ਵਾਲੇ ਜਾਂਦੇ ਹੈ ਪਿੰਡ ਪੱਧਰ 'ਤੇ ਜਾਂ ਲਾਗੋਂ ਚਾਗੋਂ ਸਾਰਾ ਪੁੱਛ ਗਿੱਛ ਕਰਦੇ ਹੀ ਹੈ ਨਾ। ਅਤੇ ਪੁੱਛ ਗਿੱਛ ਵਿੱਚ ਕੀ ਹੋ ਰਿਹਾ? ਅੱਖਾਂ ਦੀ ਸੈਨਤ ਦੇ ਨਾਲ ਤਾਂ ਨਹੀਂ ਪੁੱਛ ਗਿੱਛ ਹੁੰਦੀ, ਉਹ ਤਾਂ ਬੋਲ ਕੇ ਹੀ ਪੁੱਛ ਗਿੱਛ ਹੁੰਦੀ ਹੈ ਨਾ, ਵੀ ਕਿਵੇਂ ਇਹਦੇ ਭਾਈ ਇਹ ਪਰਿਵਾਰ ਹੈ ਜਾਂ ਕਿਵੇਂ ਦਾ ਹੈ। ਫਿਰ ਪਰਿਵਾਰ ਦੇ ਨਾਲ ਗੱਲਬਾਤਾਂ ਤੋਂ ਹੀ ਸੰਗਤ ਦੀ ਰਿਸ਼ਤੇ ਜੁੜਦੇ ਹੈ। ਤੋ ਗੱਲਬਾਤ, ਆਵਾਜ਼, ਸ਼ਬਦ ਇੱਕੋ ਹੀ ਅਰਥ ਰੱਖਦੇ ਹਨ। ਤੋ ਸ਼ਬਦ ਦੁਆਰਾ ਹੀ ਸਾਡੀ ਦੁਨੀਆ ਵਿੱਚ ਵੀ ਸਾਂਝ ਬਣਦੀ ਹੈ, ਸ਼ਬਦ ਦੁਆਰਾ ਹੀ ਸਾਡੀ ਦੁਨੀਆ ਨਾਲੋਂ ਸਾਂਝ ਟੁੱਟ ਵੀ ਜਾਂਦੀ ਹੈ। ਜੇ ਸਾਡੇ ਸ਼ਬਦਾਂ ਦੇ ਵਿੱਚ ਮਿਠਾਸ ਹੈ ਤਾਂ ਸਾਡੀ ਸਾਰਿਆਂ ਨਾਲ ਮਿੱਤਰਤਾ ਹੋਏਗੀ। ਜੇ ਸਾਡੇ ਸ਼ਬਦਾਂ ਦੇ ਵਿੱਚ ਫਿੱਕਾਪਣ ਹੈ ਤਾਂ ਸੁਭਾਵਿਕ ਹੈ ਕਿ ਕੋਈ ਸਾਨੂੰ ਸੰਗਤ ਦੀ ਮੂੰਹ ਨਹੀਂ ਲਾਏਗਾ, ਭਾਵ ਸਾਡੀ ਗੱਲ ਨੂੰ ਸੁਣਨ ਨੂੰ ਤਿਆਰ ਹੀ ਨਹੀਂ ਹੋਏਗਾ। ਅੱਖ ਛੱਡ ਪਰੇ ਇਹਦੀਆਂ ਕੀ ਗੱਲਾਂ ਸੁਣਨੀਆਂ। ਤੋ ਇੱਦਾਂ ਸ਼ਬਦਾਂ ਦੇ ਨਾਲ ਹੀ ਸਾਡੀ ਸੰਗਤ ਦੀ ਦੁਨਿਆਵੀ ਸਾਂਝ ਵੀ ਬਣਦੀ ਹੈ। ਤੋ ਮਹਾਰਾਜ ਜੀ ਨੇ ਇਹੀ ਸਾਨੂੰ ਉਦਾਹਰਨ ਦੇ ਕੇ ਆਖਿਆ ਕਿ ਸਿੱਖੋ, ਜੇ ਸ਼ਬਦ ਦੇ ਨਾਲ ਦੁਨੀਆ ਵਿੱਚ ਸਾਡੀ ਸਾਂਝ ਬਣ ਸਕਦੀ ਹੈ ਤਾਂ ਇਸੇ ਸ਼ਬਦ ਦਾ ਸਹੀ ਪ੍ਰਯੋਗ ਕਰੋ
ਤੇ ਸਹੀ ਪ੍ਰਯੋਗ ਕਰਕੇ ਨਿਰੰਕਾਰ ਦੇ ਨਾਲ ਵੀ ਸ਼ਬਦ ਦੁਆਰਾ ਸਾਂਝ ਪਾ ਲਓ। ਤੇ ਇਹ ਦੱਸ ਰਹੇ ਗੁਰਮੁਖ ਪਿਆਰੇ ਵੀ ਕਿਸ ਤਰੀਕੇ ਨਾਲ ਸਾਂਝ ਪੈਂਦੀ ਹੈ। ਮਹਾਰਾਜ ਜੀ ਆਖਦੇ ਹੈ ਕਿ ਗੁਰਮੁਖ ਸਾਨੂੰ ਇਹ ਦੱਸਦੇ ਕਿ ਅਸੀਂ ਸ਼ਬਦ ਦੁਆਰਾ ਭਾਈ ਜੀਵਤ ਭਾਵ ਤੋਂ ਮਰ ਗਏ, ਭਾਵ ਆਪਣੀ ਮੈਂ ਛੱਡੀ। ਜਦੋਂ ਮੈਂ ਛੱਡ ਦਿੱਤੀ ਤਾਂ ਸ਼ਬਦ ਨੇ ਸਾਨੂੰ ਇੱਧਰੋਂ ਮਾਰ ਕੇ ਤੇ ਫਿਰ ਰੱਬ ਵਾਲੇ ਪਾਸੇ ਜਿਉਂਦੇ ਕਰ ਦਿੱਤਾ। ਤੇ ਗੁਰੂ ਦੇ ਸ਼ਬਦ ਦੁਆਰਾ ਹੀ ਭਾਈ ਅਸੀਂ ਮੁਕਤੀ ਪਾ ਲਈ। ਇਹ ਭਾਈ ਗੁਰੂ ਦੇ ਸ਼ਬਦ ਦੁਆਰਾ ਸਾਡਾ ਮਨ ਵੀ ਤੇ ਸਾਡਾ ਤਨ ਵੀ ਹੈ ਨਿਰਮਲ ਹੋ ਗਿਆ, ਉਜਲ ਹੋ ਗਿਆ। ਕਿਉਂਕਿ ਸੰਗਤ ਜੀ ਸ਼ਬਦ ਦੁਆਰਾ ਹੀ ਰੱਬ ਮਨ ਵਿੱਚ ਆ ਕੇ ਵਸਦਾ ਹੈ। ਸ਼ਬਦ ਦੁਆਰਾ ਹੀ ਸਾਨੂੰ ਸਮਝ ਪੈਂਦੀ ਹੈ। ਤਨ ਸਾਡਾ ਕੁਸੰਗਤ ਵਿੱਚ ਜਾਂਦਾ ਹੈ, ਮਾੜੇ ਪਾਸੇ ਜਾਂਦਾ ਸਰੀਰ, ਜਿਹਦੇ ਕਰਕੇ ਰੋਗਾਂ ਦੇ ਨਾਲ ਭਰ ਜਾਂਦਾ ਹੈ। ਮਹਾਰਾਜ ਦੱਸਦੇ ਨੇ ਭੋਗੰ ਤਾਂ ਰੋਗੰ। ਜੇ ਬੰਦਾ ਸਰੀਰ ਕਰਕੇ ਵਿਸ਼ੇ ਭੋਗਾਂ ਵਿੱਚ ਫਸਿਆ ਹੋਇਆ, ਨਸ਼ਿਆਂ ਵਿੱਚ ਫਸਿਆ ਹੋਇਆ ਹੈ ਤਾਂ ਸੁਭਾਵਿਕ ਹੈ ਕਿ ਸਰੀਰ ਰੋਗੀ ਹੋਏਗਾ। ਤੇ ਫਿਰ ਸ਼ਬਦ ਨੇ ਸਾਨੂੰ ਸੇਧ ਦਿੱਤੀ, ਨਾ ਭਾਈ ਇਹ ਜਿਹੜਾ ਨਸ਼ਾ ਕਰਦਾ ਹੈ, ਵਿਸ਼ੇ ਭੋਗਦਾ ਹੈ, ਇਹ ਤੇਰੇ ਵਾਸਤੇ ਨਹੀਂ ਠੀਕ ਨਹੀਂ ਹਨ। ਹਾਲਾਂਕਿ ਜਿਹੜਾ ਨਸ਼ਾ ਹੈ, ਖਾਸ ਕਰਕੇ ਜਿਵੇਂ ਸ਼ਰਾਬ ਹੈ ਜਾਂ ਕੋਈ ਹੋਰ ਹੈ, ਉਹਨਾਂ ਉੱਤੇ ਲਿਖਿਆ ਵੀ ਹੁੰਦਾ ਹੈ ਕਿ ਇਹ ਸਿਹਤ ਲਈ ਹਾਨੀਕਾਰਕ ਨੇ। ਜਿਹੜੇ ਲਿਖੇ ਹੋਏ ਅੱਖਰ ਨੇ ਸਾਧ ਸੰਗਤ ਜੀ, ਹੈ ਤਾਂ ਉਹ ਵੀ ਸ਼ਬਦ ਹੀ ਹੈ ਨਾ, ਲਿਖੇ ਹੋਏ ਉਹ ਦੱਸ ਰਹੇ ਨੇ, ਪਰ ਬੰਦਾ ਉਹ ਲਿਖਿਆ ਹੋਇਆਂ ਨੂੰ ਸਮਝਦਾ ਕੁਝ ਨਹੀਂ ਹੈ। ਜੇਕਰ ਉਹ ਲਿਖਿਆ ਹੋਇਆਂ ਨੂੰ ਸਮਝ ਲੇ ਕਿਤੇ ਉਹਦਾ ਅੰਦਰ ਜਾਗ ਪਵੇ ਤੇ ਉਸੇ ਵੇਲੇ ਉਹਨੂੰ ਸੁੱਟੇਗਾ ਵੀ ਨਹੀਂ ਇਹ ਗਲਤ ਬਾਤ ਹੈ। ਇਹ ਜਿਹੜੇ ਲੋਕ ਵੇਚ ਰਹੇ ਨੇ ਉਹਨਾਂ ਤਾਂ ਆਪਣੇ ਘਰ ਭਰਨੇ ਹੈ, ਉਹਨਾਂ ਨੂੰ ਕਿਸੇ ਦੀ ਜ਼ਿੰਦਗੀ ਦੇ ਨਾਲ ਕੋਈ ਮਤਲਬ ਨਹੀਂ ਹੈ। ਜੇ ਸਮਝ ਪੈ ਜੇ ਕਿਸੇ ਬੰਦੇ ਦੀ ਤੇ ਉਸੇ ਵੇਲੇ ਛੱਡੇਗਾ ਉਹ ਇਹਨਾਂ ਚੀਜ਼ਾਂ ਨੂੰ। ਤਾਂ ਮਹਾਰਾਜ ਦੱਸਦੇ ਕਿ ਇੱਦਾਂ ਫਿਰ ਸ਼ਬਦ ਦੁਆਰਾ ਹੀ ਸਾਨੂੰ ਸਮਝ ਪੈਣੀ ਕਿ ਆਹ ਚੀਜ਼ ਸਾਡੇ ਲਈ ਗਲਤ ਹੈ। ਅੰਨਾ ਬੰਦਾ ਤੁਰਿਆ ਜਾ ਰਿਹਾ ਹੈ, ਉਹ ਡੰਗੋਰੀ ਜੀ ਦੇ ਨਾਲ, ਸੋਟੀ ਦੇ ਨਾਲ ਸੰਗਤ ਜੀ ਟੋਂਦਾ ਜਾਂਦਾ, ਅੱਗੇ ਖੱਡਾ ਆ ਗਿਆ। ਜਿਹੜਾ ਕੋਈ ਬੰਦਾ ਦਿਸਣ ਵਾਲਾ ਜਿਹਨੂੰ ਦੇਖਦਾ ਹੈ, ਸੁਜਾਖਾ ਹੈ, ਫਿਰ ਉਹ ਕੀ ਕਰੇਗਾ? ਉੱਥੇ ਦੂਰ ਹੈ, ਜੇ ਭੱਜ ਕੇ ਜਾਂਦਾ ਤੇ ਉਹਨਾਂ ਚਿਰ ਨੂੰ ਬਚਾ ਨਹੀਂ ਸਕਦਾ। ਉੱਥੇ ਫਿਰ ਸ਼ਬਦ ਕੱਢੇਗਾ, ਭਾਵ ਆਵਾਜ਼ ਮਾਰੇਗਾ ਕਿ ਉਹ ਭਾਈ ਰੁਕ ਜਾ, ਅੱਗੇ ਰਸਤਾ ਖਰਾਬ ਹੈ, ਤੂੰ ਡਿੱਗ ਜਾਏਗਾ, ਸੱਟ ਲੱਗੇਗੀ। ਤੇ ਸ਼ਬਦ ਨੇ ਹੀ ਉਹਨੂੰ ਰੋਕ ਲਿਆ। ਉੱਦਾਂ ਤੇ ਉਹਨੇ ਰੁਕਣਾ ਨਹੀਂ ਸੀ। ਅਜੇ ਅੰਨੇ ਬੰਦੇ ਨੂੰ ਦਿਸਿਆ ਵੀ ਨਹੀਂ ਅੱਗੇ ਕੁਝ, ਪਰ ਪਿੱਛੋਂ ਕਿਸੇ ਨੇ ਆਵਾਜ਼ ਮਾਰੀ ਤੇ ਉਹ ਆਵਾਜ਼ ਨੂੰ ਸੁਣ ਕੇ ਰੁਕ ਗਿਆ। ਭਾਵ ਸ਼ਬਦ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਲਾ ਹੈ, ਬਚਾਉਣ ਵਾਲਾ ਹੈ। ਇਸ ਕਰਕੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੱਥਾ ਟੇਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਸ਼ਬਦਾਂ ਦਾ ਸਮੂਹ ਹਨ, ਇਕੱਠ ਨੇ। ਇਸ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਹੀ ਸ਼ਬਦ ਹਨ। ਤੋ ਸ਼ਬਦਾਂ ਦੁਆਰਾ ਸੰਗਤ ਦੀ ਜ਼ਿੰਦਗੀ ਸਾਡੀ ਬਣਦੀ ਹੈ। ਤੋ ਮਹਾਰਾਜ ਦੱਸਦੇ ਹੈ ਕਿ ਸ਼ਬਦ ਕਰਕੇ ਭਾਈ ਤੁਹਾਡਾ ਤਨ ਵੀ ਨਿਰਮਲ ਹੋਇਆ ਤੇ ਮਨ ਦੇ ਗਲਤ ਵਿਚਾਰ ਵੀ ਸ਼ਬਦ ਦੁਆਰਾ ਹੀ ਖਤਮ ਹੁੰਦੇ ਨੇ। ਇਹਦਾ ਮਨ ਵੀ ਨਿਰਮਲ ਹੋ ਗਿਆ ਤੇ ਮਨ ਦੇ ਵਿੱਚ ਆ ਕੇ ਹਰੀ ਪਰਮੇਸ਼ਰ ਵਸ ਜਾਂਦਾ, ਸਾਖਸ਼ਾਤ ਹੋ ਜਾਂਦਾ ਹੈ। ਇਹ ਭਾਈ ਇਹ ਤਾਂ ਜਿਹੜਾ ਸ਼ਬਦ ਗੁਰ ਦਾਤਾ, ਗੁਰੂ ਸਾਹਿਬ ਜੀ ਹੀ ਇਹ ਸ਼ਬਦ ਦੇ ਦਾਤੇ ਹਨ, ਜਾਂ ਗੁਰਾਂ ਦਾ ਉਪਦੇਸ਼ ਹੀ ਨਾਮ ਤੇ ਮੁਕਤੀ ਆਦਿ ਪਦਾਰਥਾਂ ਦਾ ਦਾਤਾ ਹੈ। ਜਿਤ ਮਨ ਰਾਤਾ, ਜਿਸ ਵਿੱਚ ਜਦੋਂ ਸੰਗਤ ਜੀ ਕਿਸੇ ਦਾ ਮਨ ਰੰਗਿਆ ਜਾਂਦਾ ਸ਼ਬਦ ਦੇ ਵਿੱਚ, ਭਾਵ ਸ਼ਬਦ ਦੇ ਨਾਲ ਸੁਰਤ ਦਾ ਜਦੋਂ ਮਿਲਾਪ ਹੋ ਜਾਂਦਾ ਹੈ ਤੇ ਤਦੋਂ ਸੰਗਤ ਜੀ ਫਿਰ ਇਹ ਸਾਡਾ ਮਨ ਪਰਮੇਸ਼ਰ ਦੇ ਚਰਨਾਂ ਦੇ ਨਾਲ ਹੀ ਸਮਾਇਆ ਰਹਿੰਦਾ ਹੈ, ਪਰਮੇਸ਼ਰ ਦੇ ਨਾਲ ਹੀ ਮਿਲ ਜਾਂਦਾ। ਤੋ ਸਿੱਧ ਹੋਇਆ ਕਿ ਸ਼ਬਦ ਹੀ ਇੱਕ ਐਸੀ ਸੰਗਤ ਦੀ ਤਾਕਤ ਹੈ ਜਿਹੜੀ ਸਾਡੀ ਦੁਨਿਆਵੀ ਪੱਧਰ 'ਤੇ ਵੀ ਰਿਸ਼ਤੇ ਮਜ਼ਬੂਤ ਕਰਦੀ ਹੈ। ਸ਼ਬਦ ਹੀ ਇੱਕ ਐਸੀ ਤਾਕਤ ਹੈ ਜੋ ਸਾਡੀ ਸੰਗਤ ਦੀ ਅਧਿਆਤਮਿਕ ਪੱਖ ਦੇ ਉੱਤੇ ਪਰਮਾਤਮਾ ਦੇ ਨਾਲ ਪ੍ਰੀਤੀ ਨੂੰ ਮਜ਼ਬੂਤ ਕਰਦੀ ਹੈ। ਇਸ ਕਰਕੇ ਸ਼ਬਦ ਦੁਆਰਾ ਹੀ ਪਰਮਾਤਮਾ ਦੇ ਦਰ 'ਤੇ ਕਬੂਲਿਆ ਜਾਈਦਾ ਹੈ। ਤਾਂ ਕਰਕੇ ਸ਼ਬਦ ਨੂੰ ਸਦਾ ਮੱਥਾ ਟੇਕਣਾ, ਸ਼ਬਦ ਦਾ ਸਦਾ ਸਤਿਕਾਰ ਕਰਨਾ, ਸ਼ਬਦ ਨੂੰ ਸਦਾ ਪੜ੍ਹਦੇ ਰਹਿਣਾ। ਸ਼ਬਦ ਕੀ? ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਤੋ ਮਹਾਰਾਜ ਜੀ ਦੱਸਦੇ ਹਨ, ਪਰ ਜਿਹੜੇ ਗੁਰੂ ਦੇ ਸ਼ਬਦ ਨੂੰ ਜਾਣਦੇ ਹੀ ਨਹੀਂ,
ਮਹਾਰਾਜ ਜੀ ਕਹਿੰਦੇ ਉਹ ਬੰਦੇ ਕਾਹਦੇ ਪਈ, ਉਹ ਤਾਂ ਅੰਨੇ ਨੇ, ਉਹ ਤਾਂ ਬੋਲੇ ਜਾਣੋ, ਜਿਨ੍ਹਾਂ ਨੂੰ ਕੰਨਾਂ ਦੇ ਵਿੱਚ ਗੁਰੂ ਦਾ ਸ਼ਬਦ ਸੁਣਦਾ ਹੀ ਨਹੀਂ, ਸੁਣ ਕੇ ਰਾਜੀ ਨਹੀਂ, ਉਹ ਤਾਂ ਬੋਲੇ ਹੀ ਹੈ ਨਾ। ਦੁਨੀਆ ਵਿੱਚ ਪਰਿਵਾਰਕ ਪੱਧਰ 'ਤੇ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ, ਕਿਸੇ ਬੰਦੇ ਨੂੰ ਸਮਝਾ ਰਹੇ ਹਾਂ, ਪਿਤਾ ਆਪਣੇ ਪੁੱਤਰ ਨੂੰ ਸਮਝਾ ਰਿਹਾ ਹੈ, ਕੋਈ ਗੱਲ ਕਹਿ ਰਿਹਾ ਹੈ ਵੀ ਘਰ ਦੇ ਵਿੱਚ ਜਿਵੇਂ ਪਸ਼ੂ ਰੱਖੇ ਹੈ ਅਤੇ ਉਹਨਾਂ ਨੂੰ ਪੱਠੇ ਪਾਉਣੇ ਹੈ, ਅਤੇ ਜਾ ਪੁੱਤ ਪੱਠੇ ਵੱਢ ਕੇ ਲੈ ਕੇ ਆ, ਅਤੇ ਪੁੱਤਰ ਸੰਗਤ ਜੀ ਲੱਗਾ ਹੋਇਆ ਮੋਬਾਇਲ ਦੇ ਵਿੱਚ, ਉਹ ਚਲਾ ਰਿਹਾ ਨੈੱਟ ਨੂੰ, ਅਤੇ ਪਿਓ ਦੀ ਸੁਣੀ ਨਹੀਂ। ਅਤੇ ਫਿਰ ਪਿਓ ਕੀ ਕਹਿੰਦਾ ਉੱਥੇ ਕਿ ਤੂੰ ਬੋਲਾ ਹੋ ਗਿਆ, ਸੁਣਦਾ ਨਹੀਂ ਤੈਨੂੰ ਕੁਝ, ਮੈਂ ਆਵਾਜ਼ ਮਾਰ ਰਿਹਾ ਤੈਨੂੰ। ਤਾਂ ਇੱਦਾਂ ਸੰਗਤ ਜੀ ਜਿਹਨੂੰ ਸੁਣੇ ਨਾ ਅਤੇ ਉਹਨੂੰ ਆਪਾਂ ਕਹਿ ਨਹੀਂ ਦਿੰਦੇ ਕਿ ਬੋਲਾ ਹੋ ਗਿਆ ਏ। ਅਤੇ ਮਹਾਰਾਜ ਜੀ ਇੱਥੇ ਦੱਸ ਰਹੇ ਕਿ ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਨਹੀਂ ਨਾ ਸੁਣਦਾ, ਉਹ ਵੀ ਜਾਣੋ ਕਿ ਬੋਲੇ ਹੀ ਹੋਏ ਪਏ ਹੈ, ਉਹਨਾਂ ਦੀ ਕੋਈ ਅਕਲ ਨਹੀਂ ਹੈ। ਅਤੇ ਫਿਰ ਸ਼ਬਦ ਦੁਆਰਾ ਹੀ ਸਾਧ ਸੰਗਤ ਜੀ ਦਿਖਦਾ ਵੀ ਹੈ ਸਾਨੂੰ। ਸ਼ਬਦ ਦੋ ਤਰ੍ਹਾਂ ਕਰਕੇ ਸਾਨੂੰ ਸਿੱਖਿਆ ਦਿੰਦਾ ਹੈ। ਸ਼ਬਦ ਵਿੱਚ ਐਸੀ ਤਾਕਤ, ਪਰਮੇਸ਼ਰ ਦਿਖਦਾ ਨਹੀਂ ਹੈ, ਪਰਮੇਸ਼ਰ ਨੂੰ ਅਨੁਭਵ ਕੀਤਾ ਜਾਂਦਾ ਹੈ, ਉਹਦਾ ਸਰਗੁਣ ਸਰੂਪ ਸੰਗਤ ਜੀ ਦਿਖਦਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਨੇ, ਅਤੇ ਸ਼ਬਦ ਦਿਖਦਾ ਵੀ ਹੈ, ਸ਼ਬਦ ਗਾਇਆ ਵੀ ਜਾ ਸਕਦਾ ਹੈ, ਸ਼ਬਦ ਨੂੰ ਪੜ੍ਹਿਆ ਵੀ ਜਾ ਸਕਦਾ, ਸਮਝਿਆ ਵੀ ਜਾ ਸਕਦਾ ਹੈ, ਸ਼ਬਦ ਨੂੰ ਕਮਾਇਆ ਵੀ ਜਾ ਸਕਦਾ ਹੈ। ਅਤੇ ਸ਼ਬਦ ਕੰਨਾਂ ਰਾਹੀਂ ਵੀ ਸਾਨੂੰ ਸਿੱਖਿਆ ਦੇ ਦਿੰਦਾ ਹੈ ਅਤੇ ਅੱਖਾਂ ਰਾਹੀਂ ਵੀ ਸਿੱਖਿਆ ਦੇ ਦਿੰਦਾ ਹੈ। ਥੋੜ੍ਹੀ ਗਹਿਰੀ ਬਾਤ ਹੈ ਵੀ ਕੰਨਾਂ ਰਾਹੀਂ ਤਾਂ ਚਲੋ ਸੁਣ ਲਿਆ, ਆਵਾਜ਼ ਸੁਣੀ, ਕਿਸੇ ਨੇ ਆਵਾਜ਼ ਮਾਰੀ, ਸਾਨੂੰ ਪਤਾ ਚੱਲ ਗਿਆ। ਆਵਾਜ਼ ਤੋਂ ਸੰਗਤ ਦੀ ਬੜੀ ਸਮਝ ਪੈਂਦੀ ਹੈ। ਅੰਦਰ ਲੰਮੇ ਪਏ ਹੋਏ ਹੈ, ਬਾਹਰ ਬੜੀ ਤੇਜ਼ ਹਵਾ ਦੀ ਆਵਾਜ਼ ਆਈ ਅਤੇ ਆਪਾਂ ਸਮਝ ਲਿਆ ਕਿ ਹਨੇਰੀ ਆ ਗਈ। ਬਾਹਰ ਤਾਂ ਦੇਖਿਆ ਨਹੀਂ ਆਪਾਂ, ਬਾਹਰੋਂ ਸੰਗਤ ਜੀ ਮੀਂਹ ਦੀ ਆਵਾਜ਼ ਆਈ ਅਤੇ ਆਪਾਂ ਅੰਦਰ ਬੈਠਿਆਂ ਨੇ ਕਹਿ ਲਿਆ ਵੀ ਬਾਹਰ ਮੀਂਹ ਆ ਗਿਆ। ਘਰ ਵਿੱਚ ਬੈਠੇ ਹੈ ਪਿਤਾ ਸੰਗਤ ਜੀ, ਬੱਚਿਆਂ ਦਾ ਪਿਤਾ ਬਾਹਰ ਡਿਊਟੀ 'ਤੇ ਗਿਆ ਹੋਇਆ ਹੈ, ਘਰ ਨੂੰ ਆਇਆ, ਦਰਵਾਜ਼ਾ ਖੜਕਾਇਆ, ਆਵਾਜ਼ ਹੀ ਮਾਰੀ ਅਜੇ, ਆਵਾਜ਼ ਪਹਿਚਾਣ ਕੇ ਹੀ ਸੰਗਤ ਜੀ ਕਹਿ ਦਿੰਦੇ ਹੈ ਨਾ ਕਿ ਬੀਬੀ ਕਹਿੰਦੀ ਹੈ ਕਿ ਬੱਚਾ ਜਾ ਕੇ ਦਰਵਾਜ਼ਾ ਖੋਲ੍ਹੋ, ਤੇਰੇ ਪਿਤਾ ਜੀ ਆਏ ਨੇ। ਹੁਣ ਉਹਨੇ ਤਾਂ ਦੇਖਿਆ ਨਹੀਂ ਸੀ ਅਜੇ, ਸ਼ਕਲ ਤਾਂ ਦੇਖੀ ਨਹੀਂ, ਭਾਵ ਕਿ ਆਵਾਜ਼ ਨਾਲ ਵੀ ਸੰਗਤ ਦੀ ਸਮਝ ਪੈ ਜਾਂਦੀ ਹੈ। ਤੋ ਕਈ ਦਫਾ ਦੇਖਣ ਨਾਲ ਵੀ ਸਮਝ ਪੈਂਦੀ ਹੈ, ਸ਼ਬਦ ਦੇਖ ਕੇ ਵੀ ਸਮਝ ਪੈ ਜਾਂਦੀ ਹੈ, ਸ਼ਬਦ ਸੁਣ ਕੇ ਵੀ ਸਮਝ ਪੈਂਦੀ, ਜ਼ਿਆਦਾਤਰ ਸੁਣ ਕੇ ਸਮਝ ਪੈਂਦੀ ਹੈ ਅਤੇ ਦੇਖ ਕੇ ਵੀ ਸਮਝ ਪੈ ਜਾਂਦੀ ਹੈ। ਦੇਖ ਕੇ ਕਿਵੇਂ? ਜਿਵੇਂ ਸਾਧ ਸੰਗਤ ਜੀ ਆਪਾਂ ਜਾ ਰਹੇ ਹਾਂ, ਅੱਜ ਸ਼ਹਿਰ ਗਏ ਹੈ, ਜਗਰਾਓਂ ਗਏ ਹੈ, ਉੱਥੇ ਹੁਣ ਜਿਹੜਾ ਬੋਰਡ ਲੱਗਾ ਹੋਇਆ, ਬੋਰਡ ਉੱਤੇ ਲਿਖਿਆ ਹੋਇਆ ਜੀ ਸਿੱਧਾ ਰਸਤਾ ਜਾਂਦਾ ਬਰਨਾਲੇ ਵਾਲੇ ਪਾਸੇ ਨੂੰ, ਅਤੇ ਜੇ ਸੱਜੇ ਨੂੰ ਮੁੜਦੇ ਹੈ ਤਾਂ ਮੋਗੇ ਵਾਲੇ ਪਾਸੇ ਚਲਿਆ ਜਾਂਦਾ, ਜੇ ਖੱਬੇ ਨੂੰ ਮੁੜਦੇ ਹੈ ਤਾਂ ਫਿਰ ਇਹ ਲੁਧਿਆਣੇ ਨੂੰ ਚਲਿਆ ਜਾਂਦਾ, ਅਤੇ ਜਿੱਧਰ ਦੀ ਆਪਾਂ ਜਾ ਰਹੇ ਹਾਂ ਜੇ ਇੱਧਰ ਨੂੰ ਵਾਪਸ ਮੁੜਦੇ ਹਾਂ ਤਾਂ ਇਹ ਸਿੱਧਾ ਜਲੰਧਰ ਨੂੰ ਜਾ ਰਿਹਾ ਹੈ। ਹੁਣ ਜਿਹੜਾ ਬੋਰਡ ਲੱਗਾ ਹੈ, ਬੋਰਡ ਨੇ ਬੋਲਿਆ ਤਾਂ ਹੈ ਹੀ ਨਹੀਂ, ਬਸ ਬੋਰਡ ਉੱਤੇ ਲਿਖਿਆ ਹੀ ਹੋਇਆ ਹੈ ਨਾ ਸ਼ਬਦ, ਅਤੇ ਉੱਤੇ ਤੀਰ ਵੱਜੇ ਹੋਏ ਨੇ, ਅਤੇ ਬਸ ਉਹ ਸ਼ਬਦ ਦੇਖ ਕੇ ਹੀ ਸਾਨੂੰ ਸਮਝ ਪੈ ਗਈ ਕਿ ਇੱਧਰ ਲੁਧਿਆਣਾ, ਇੱਧਰ ਨੂੰ ਮੋਗਾ ਹੈ, ਅਤੇ ਇੱਧਰ ਨੂੰ ਬਰਨਾਲਾ, ਅਤੇ ਇੱਧਰ ਨੂੰ ਜਲੰਧਰ ਪੈ ਜਾਂਦਾ। ਇੱਦਾਂ ਸ਼ਬਦ ਸੰਗਤ ਦੀ ਦੇਖ ਕੇ ਵੀ ਸਾਨੂੰ ਸਮਝ ਪੈ ਜਾਂਦੀ ਹੈ। ਸ਼ਬਦ ਦੇ ਵਿੱਚ ਐਸੀ ਤਾਕਤ ਹੈ। ਪਰ ਜੇ ਕੋਈ ਸਮਝਣ ਵਾਲਾ ਹੋਵੇ, ਹੁਣ ਜੇ ਆਖੇ ਜੀ ਬੋਰਡ ਦਾ ਨਿਸ਼ਾਨ ਤਾਂ ਲੱਗਾ ਲੁਧਿਆਣੇ ਦਾ ਇੱਧਰ ਨੂੰ ਖੱਬੇ ਨੂੰ, ਅਤੇ ਮੈਂ ਜਾਣਾ ਸੱਜੇ ਨੂੰ, ਵੀ ਜਾਣਾ ਲੁਧਿਆਣੇ ਹੀ ਹੈ, ਫਿਰ ਤਾਂ ਕੰਮ ਔਖਾ ਹੈ ਨਾ। ਅਤੇ ਇੱਦਾਂ ਗੁਰੂ ਸਾਹਿਬ ਜੀ ਦਾ ਸ਼ਬਦ ਲਿਖਿਆ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ 1430 ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ ਨੇ, ਇਹ ਅੰਗਾਂ ਉੱਤੇ ਲਿਖੀ ਹੋਈ ਹੈ ਬਾਣੀ, ਲਿਖ ਕੇ ਲਿਖੀ ਹੋਈ ਕਰਕੇ ਵੀ ਸਾਨੂੰ ਸਮਝ ਪੈ ਰਹੀ ਹੈ। ਔਰ ਜਦੋਂ ਆਪਾਂ ਸੁਣਦੇ ਹਾਂ ਬਾਣੀ ਪਾਠ ਦੇ ਰੂਪ ਵਿੱਚ, ਕੀਰਤਨ ਦੇ ਰੂਪ ਵਿੱਚ, ਵਿਆਖਿਆ ਦੇ ਰੂਪ ਵਿੱਚ, ਕਥਾ ਦੇ ਰੂਪ ਅੰਦਰ, ਤਾਂ ਉਹਦੇ ਨਾਲ ਵੀ ਸਾਨੂੰ ਸਮਝ ਪੈਂਦੀ ਹੈ। ਪਰ ਜ਼ਿਆਦਾਤਰ ਕਹਿੰਦੇ ਕਿ ਸੁਣ ਕੇ ਸਮਝ ਪੈਂਦੀ ਹੈ। ਤਾਂ ਕਰਕੇ ਮਹਾਰਾਜ ਜੀ ਨੇ ਸੁਣਨ ਦਾ ਬੜਾ ਵੱਡਾ ਮਹਾਤਮ ਲਿਖਿਆ ਹੋਇਆ ਜਪਜੀ ਸਾਹਿਬ ਦੇ ਵਿੱਚ ਹੀ। ਮਹਾਰਾਜ ਕਹਿੰਦੇ ਹੈ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਤਬਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣਨ ਦੀ ਤਾਕਤ ਬੜੀ ਵੱਡੀ ਹੈ। ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਜਿੱਦੇ ਕੰਨ ਬੋਲਿਆ ਅਤੇ ਹੁਣ ਉਹ ਵਿਚਾਰਾ ਕੀ ਕਰੇ, ਫਿਰ ਤਾਂ ਉਹਦੀ ਮੁਕਤੀ ਨਹੀਂ ਹੋਣੀ। ਮਰ ਕਹਿੰਦੇ ਨਹੀਂ, ਉਹ ਦੇਖ ਵੀ ਸਕਦਾ ਹੈ, ਅੱਖਾਂ ਨਾਲ ਦੇਖ ਸਕਦਾ ਹੈ ਉਹ ਸ਼ਬਦ ਨੂੰ,
ਦੇਖ ਕੇ ਸੁਰਤ ਉਹਦੀ ਆ ਸਕਦੀ ਹੈ, ਸਮਝ ਪੈ ਸਕਦੀ ਹੈ ਉਹਦੀ। ਹੁਣ ਜੇ ਕੋਈ ਆਖੇ ਕੋਈ ਅੰਨਾ ਵੀ ਹੈ ਅਤੇ ਬੋਲਾ ਵੀ ਹੈ, ਉਹ ਹੁਣ ਕੀ ਕਰੇ? ਫਿਰ ਸਾਧ ਸੰਗਤ ਜੀ ਉਹਦੇ ਅੰਦਰ ਸੁਰਤ ਜਿਹੜੀ ਹੈ ਉਹ ਜ਼ਿਆਦਾ ਕੰਮ ਕਰਦੀ ਹੈ। ਸੁਰਤ ਉਹਨੂੰ ਸੰਗਤ ਦੀ ਅੰਦਰੋਂ ਹੀ ਗਿਆਨ ਫਿਰ ਪ੍ਰਗਟ ਹੋ ਜਾਂਦਾ ਹੈ। ਮਹਾਰਾਜ ਜੀ ਆਪੇ ਕਿਰਪਾ ਕਰ ਦਿੰਦੇ ਹੈ। ਤੋ ਇੱਥੇ ਉਹਨੂੰ ਸਮਝਾ ਰਹੇ ਹਨ, ਮਹਾਰਾਜ ਕਹਿੰਦੇ ਗੁਰਸਿੱਖੋ ਜਿਹੜੇ ਗੁਰੂ ਦੇ ਸ਼ਬਦ ਨੂੰ ਜਾਣਦੇ ਨਹੀਂ ਨਾ, ਕਿ ਗੁਰੂ ਦਾ ਸ਼ਬਦ ਗੁਰੂ ਰੂਪ ਹੀ ਹੈ, ਗੁਰੂ ਸ਼ਬਦ ਪ੍ਰਗਟ ਗੁਰਾਂ ਕੀ ਦੇਹ ਹੈ। ਜਿਹੜੇ ਜਾਣਦੇ ਨਹੀਂ ਹੈ, ਮਹਾਰਾਜ ਕਹਿੰਦੇ ਉਹ ਤਾਂ ਤੁਸੀਂ ਅੰਨੇ ਜਾਣੋ, ਕਿਉਂਕਿ ਉਹਨਾਂ ਦੇ ਕੋਲ ਗੁਰੂ ਨੂੰ ਸਮਝਣ ਦੇਖਣ ਵਾਲੀਆਂ ਅੱਖਾਂ ਹੀ ਨਹੀਂ ਹਨ। ਗੁਰੂ ਨੂੰ ਦੇਖਣ ਵਾਲੀਆਂ ਅੱਖਾਂ ਹੁੰਦੀਆਂ ਸੰਗਤ ਜੀ ਵਿਰਾਗ ਦੇ ਵਿਵੇਕ ਦੀਆਂ, ਇਹ ਹੁੰਦੀਆਂ ਗਿਆਨ ਵਾਲੀਆਂ ਅੱਖਾਂ ਜਿਨ੍ਹਾਂ ਨਾਲ ਗੁਰੂ ਨੂੰ ਦੇਖਿਆ ਜਾ ਸਕਦਾ ਹੈ। ਤੇ ਬੋਲੇ ਨੇ ਉਹਨਾਂ ਕੋਲ ਕੰਨ ਹੀ ਨਹੀਂ ਹੈਗੇ। ਹੁਣ ਬਾਹਰ ਵਾਲੇ ਕੰਨ ਤਾਂ ਹੈਗੇ ਸੰਗਤ ਜੀ, ਪਰ ਜਿਹੜੇ ਕੰਨਾਂ ਨਾਲ ਸੁਣਨਾ ਸੀ ਗੁਰੂ ਨੂੰ, ਸ਼ਬਦ ਨੂੰ, ਮਹਾਰਾਜ ਕਹਿੰਦੇ ਉਹ ਕੰਨਾਂ ਵੱਲੋਂ ਬੋਲੇ ਹੋ ਗਏ। ਉਹ ਕਿਹੜੇ ਕੰਨ ਹੁੰਦੇ ਹੈ? ਉਹ ਹੁੰਦੇ ਸਾਧ ਸੰਗਤ ਜੀ ਸ਼ਰਧਾ ਤੇ ਭਰੋਸੇ ਦੇ। ਜਿਹੜਾ ਗੁਰੂ ਦੇ ਉੱਤੇ ਸ਼ਰਧਾ ਰੱਖਣੀ, ਗੁਰੂ ਤੇ ਭਰੋਸਾ ਰੱਖਣਾ ਹੈ, ਇਹ ਵੀ ਇੱਕ ਤਰ੍ਹਾਂ ਦੇ ਕੰਨ ਹੈ। ਤੇ ਇਹ ਹੀ ਕੰਨ ਅਸਲੀ ਨੇ। ਜਿਹੜੀ ਗੱਲ ਸ਼ਰਧਾ ਨਾਲ ਸੁਣੀ ਜਾਵੇ ਔਰ ਭਰੋਸੇ ਨਾਲ ਸੁਣੀ ਜਾਵੇ, ਉਹ ਗੱਲ ਦਾ ਸਾਡੇ ਅੰਦਰ ਬੜਾ ਗਹਿਰਾ ਅਸਰ ਹੋਇਆ ਕਰਦਾ ਹੈ। ਤੋ ਇਸ ਕਰਕੇ ਮਹਾਰਾਜ ਦੱਸਦੇ ਇੱਥੇ ਕਿ ਜਿਹੜੇ ਸੁਣਦੇ ਹੀ ਨਹੀਂ, ਗੁਰੂ ਦੇ ਸ਼ਬਦ ਨੂੰ ਜਾਣਦੇ ਨੇ ਕਿ ਗੁਰੂ ਸਾਡੀ ਮੁਕਤੀ ਕਰਨ ਵਾਲਾ ਹੈ, ਗੁਰੂ ਸਾਡਾ ਜੀਵਨ ਸਵਾਰਨ ਵਾਲਾ ਹੈ, ਗੁਰੂ ਦਾ ਸ਼ਬਦ ਸਾਡੇ ਹਰੇਕ ਥਾਂ 'ਤੇ ਸਹਾਇਕ ਹੋਣ ਵਾਲਾ ਹੈ। ਸ਼ਬਦ ਦੁਆਰਾ ਹੀ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਰਚੀ ਗਈ ਹੈ, ਸ਼ਬਦ ਦੁਆਰਾ ਹੀ ਇਹ ਸ੍ਰਿਸ਼ਟੀ ਲੈ ਹੋਵੇਗੀ, ਸ਼ਬਦ ਦੁਆਰਾ ਹੀ ਸਾਰਿਆਂ ਦੀ ਪਾਲਣਾ ਪੋਸ਼ਣਾ ਪਰਮਾਤਮਾ ਕਰ ਰਿਹਾ ਹੈ। ਜਿਹੜੇ ਜਾਣਦੇ ਨਹੀਂ ਸ਼ਬਦ ਦੀ ਤਾਕਤ ਨੂੰ, ਤੇ ਮਹਾਰਾਜ ਕਹਿੰਦੇ ਉਹਦਾ ਅੰਨੇ ਅਤੇ ਬੋਲੇ ਤੁਸੀਂ ਜਾਣੋ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਉਹ ਤਾਂ ਭਾਈ ਦੁਨੀਆ 'ਚ ਆਈ ਕਾਹਤੋਂ ਹੈ? ਉਹਨਾਂ ਦਾ ਤਾਂ ਨਾਂ ਆਉਣਾ ਹੀ ਚੰਗਾ ਸੀ। ਉਹ ਕਾਹਦੇ ਵਾਸਤੇ ਸੰਸਾਰ ਵਿੱਚ ਆ ਗਏ? ਜਿਨ੍ਹਾਂ ਨੇ ਮਨੁੱਖਾ ਜਨਮ ਪਾ ਕੇ ਵੀ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਪਾਇਆ ਹੈ, ਮਹਾਰਾਜ ਜੀ ਕਹਿੰਦੇ ਉਹਨਾਂ ਦਾ ਆਪਣਾ ਜਨਮ ਜਿਹੜਾ ਅਮੋਲਕ ਸੀ ਨਾ ਮਨੁੱਖਾ, ਇਹ ਵਿਅਰਥ ਹੀ ਗਵਾ ਲਿਆ, ਕਿਸੇ ਅਰਥ ਵੀ ਨਾ ਆਇਆ, ਕਿਸੇ ਮਤਲਬ ਦੇ ਵਿੱਚ ਨਾ ਲੱਗਾ। ਇੱਥੇ ਬਸ ਨਹੀਂ, ਮਹਾਰਾਜ ਕਹਿੰਦੇ ਇਹੋ ਜਿਹੇ ਬੰਦੇ ਫਿਰ ਬਾਰੋ ਵਾਰ ਮਰਦੇ ਜੰਮਦੇ ਰਹਿੰਦੇ ਹਨ। ਉਸ ਸਮੇਂ ਇਹੋ ਜਿਹੀ ਮਹਾਰਾਜ ਕਹਿੰਦੇ ਅੱਗੇ ਫਿਰ ਉਹਨਾਂ ਦੀ ਹਾਲਤ ਹੁੰਦੀ ਹੈ ਕਿ ਉਹ ਵਿਸਟਾ ਗੰਦਗੀ ਦੇ ਵਿੱਚ ਕੀੜੇ ਬਣ ਕੇ ਜੰਮਦੇ ਨੇ। ਆਪਾਂ ਕਈ ਵਾਰੀ ਦੇਖਦੇ ਨਾ ਬੱਚਿਆਂ ਦੇ ਸੰਗਤ ਜੀ ਪੇਟ ਦੇ ਵਿੱਚ ਜਦੋਂ ਕਿਤੇ ਦਰਦ ਹੋਵੇ, ਡਾਕਟਰ ਉਹਨਾਂ ਨੂੰ ਦਵਾਈ ਦਿੰਦੇ ਹੈ ਅਤੇ ਉਹ ਦੱਸਦੇ ਕਿ ਪੇਟ ਵਿੱਚ ਕੀੜੇ ਪੈ ਗਏ ਹੈ। ਉਹ ਫਿਰ ਲੈਟਰਿੰਗ ਰਾਹੀਂ ਸੰਗਤ ਜੀ ਕੀੜੇ ਬਾਹਰ ਨਿਕਲਦੇ ਨਾ, ਮਹਾਰਾਜ ਕਹਿੰਦੇ ਉਹ ਫਿਰ ਉਹਨਾਂ ਨੂੰ ਜੂਨ ਪ੍ਰਾਪਤ ਹੁੰਦੀ ਹੈ ਇਹੋ ਜਿਹੇ ਬੰਦਿਆਂ ਨੂੰ, ਕੀੜਿਆਂ, ਗੰਦਗੀ ਦੇ ਕੀੜਿਆਂ ਵਾਲੀ। ਅਤੇ ਮਹਾਰਾਜ ਕਹਿੰਦੇ ਫਿਰ ਉਹ ਗੰਦਗੀ ਦੇ ਕੀੜੇ ਬਣੇ ਹੋਏ ਬਿਸਟਾ ਮਾਹੇ ਸਮਨ, ਗੰਦਗੀ ਦੇ ਵਿੱਚ ਹੀ ਸਮਾਏ ਰਹਿੰਦੇ ਆ ਵਿਚਾਰੇ। ਉਹ ਮਨਮੁਖ ਨੇ, ਉਹ ਮੂਰਖ ਨੇ, ਉਹ ਗੁਬਾਰਾ ਝੱਲੇ ਹਨ, ਜਾਂ ਗੁਬਾਰਾ ਬੱਬੇ ਨਾਲ, ਇਹਦਾ ਅਰਥ ਗਾੜਾ। ਉਹਨਾਂ ਦੇ ਅੰਦਰ ਗਾੜਾ ਕੁੱਪ ਹਨੇਰਾ ਪਿਆ ਹੋਇਆ ਹੈ। ਉਹ ਆਪਣੇ ਮਨ ਦੀ ਹੀ ਮਰਜ਼ੀ ਕਰਦੇ ਹਨ, ਮੁਗਧ ਬੇਸਮਝ ਹੋਏ ਪਏ ਹਨ। ਇਹ ਭਾਈ ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰਕੇ ਤੇ ਉਹਨਾਂ ਦੀ ਪਾਲਣਾ ਕਰਕੇ ਵੇਖਦਾ ਹੈ, ਤੇ ਆਪ ਹੀ ਉਹਨਾਂ ਨੂੰ ਭਾਈ ਪਰਮਾਤਮਾ ਉਹਨਾਂ ਦੀ ਵਾਸ਼ਨਾ ਅਨੁਸਾਰ ਵੱਖੋ ਵੱਖਰੇ ਰਸਤਿਆਂ 'ਤੇ ਲਾਉਂਦਾ ਹੈ। ਉਹ ਪਰਮਾਤਮਾ ਤੋਂ ਬਿਨਾਂ ਪਰਮਾਤਮਾ ਵਰਗਾ ਹੋਰ ਕੋਈ ਨਹੀਂ ਹੈ। ਇਹ ਭਾਈ ਜੋ ਸਾਡੇ ਧੁਰੋਂ ਮੱਥੇ 'ਤੇ ਲੇਖ ਲਿਖਿਆ ਗਿਆ ਨਾ ਸਾਧ ਸੰਗਤ ਜੀ, ਚਾਹੇ ਦੁੱਖ ਹੈ ਚਾਹੇ ਸੁੱਖ ਹੈ, ਉਹਨੂੰ ਭੋਗਣਾ ਹੀ ਪੈਣਾ, ਉਹਨੂੰ ਕੋਈ ਨਹੀਂ ਮੇਟ ਸਕਦਾ ਹੈ। ਹਾਂ, ਇੱਕ ਤਾਕਤ ਹੈ ਜੋ ਉਹ ਲਿਖੇ ਹੋਏ ਨੂੰ ਮੇਟੇ। ਉਹ ਕਿਹੜੀ ਹੈ ਸਾਧ ਸੰਗਤ ਜੀ? ਉਹ ਸ਼ਬਦ ਹੀ ਹੈ। ਬਾਣੀ ਵਿੱਚ ਅੱਗੇ ਸ਼ਬਦ ਆਉਣਗੇ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦਾ ਸ਼ਬਦ ਹੀ ਹੈ ਜਿਹੜਾ ਸਾਡੇ ਕਰੋੜਾਂ ਜਨਮਾਂ ਦੇ ਜਿਹੜੇ ਕਰਮ ਨੇ ਪਾਪਾਂ ਦੇ, ਉਹਨਾਂ ਨੂੰ ਕੱਟ ਦਿੰਦਾ ਹੈ। ਗੁਰੂ ਦੇ ਸ਼ਬਦ ਵਿੱਚ ਸਾਧ ਸੰਗਤ ਜੀ ਐਸੀ ਤਾਕਤ ਹੈ, ਸਮਰੱਥਾ ਹੈ।
ਉਹਦਾ ਹੋਰ ਨਹੀਂ ਮਾਰੇ, ਕਹਿੰਦੇ ਜੋ ਰੱਬ ਦਾ ਲਿਖਿਆ ਹੋਇਆ ਲੇਖ ਹੈ ਉਹਨੂੰ ਮਿਟਾ ਨਹੀਂ ਸਕਦਾ। ਉਹ ਕਰਨਹਾਰ ਪ੍ਰਮਾਤਮਾ ਜੋ ਕਰਦਾ, ਪਿੱਛੇ ਕਰਦਾ ਸੀ ਉਹ ਹੁੰਦਾ ਸੀ, ਜੋ ਹੁਣ ਕਰ ਰਿਹਾ ਹੈ ਉਹ ਹੋ ਰਿਹਾ ਹੈ, ਜੋ ਅੱਗੇ ਨੂੰ ਕਰੇਗਾ ਉਹੀ ਹੋਵੇਗਾ। ਪਰ ਹੇ ਭਾਈ, ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ, ਗੁਰੂ ਦਾ ਸ਼ਬਦ ਵਸ ਗਿਆ ਹੈ ਜੀ, ਉਹਨਾਂ ਨੂੰ ਭਾਈ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਦਿਖਦਾ ਹੈ। ਭਾਵ ਉਹ ਆਪਣਾ ਹੀ ਆਪ ਰੂਪ ਦੇਖਦੇ ਹੈ। ਉਹ ਸਰਬ ਥਾਵਾਂ ਦੇ ਉੱਤੇ ਸੰਗਤ ਜੀ ਪਰਮਾਤਮਾ ਨੂੰ ਹੀ ਨਿਸ਼ਚੈ ਕਰਦੇ ਹਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਹੋਰ ਦਵੈਸ਼ ਰਹਿ ਹੀ ਨਹੀਂ ਜਾਂਦੀ ਹੈ। ਇੱਦਾਂ ਗੁਰਮੁਖ ਪਿਆਰੇ ਆਪਣਾ ਜਿਹੜਾ ਜੀਵਨ ਹੈ, ਜਨਮ ਹੈ, ਉਹਨੂੰ ਸਾਧ ਸੰਗਤ ਜੀ ਸਫਲ ਕਰ ਜਾਂਦੇ ਹਨ। ਇੱਥੇ ਤੱਕ ਸਾਧ ਸੰਗਤ ਜੀ ਇਹ ਸ਼ਬਦ ਦੀ ਵਿਚਾਰ ਅੱਜ ਆਈ ਹੈ। ਔਰ